ਦੀਨਾ ਬੰਧੂ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਵਾਈਮਾਨ ਜੁੜ ਬੈਠ ਕਰਕੇ ਗੁਰੂ ਭਗਤੀ ਦਾ ਰਸ ਮਾਣ ਰਹੀ। ਸਤਿਕਾਰਤ ਸਾਜੀ ਅਰ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਨਾਨਕ ਜਿਸ ਮਸਤਕ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ। ਉੱਤਮ ਭਾਗਾਂ ਵਾਲੇ ਹਾਂ, ਅੰਮ੍ਰਿਤ ਕੇ ਦਾਤੇ ਸਤਿਗੁਰੂ ਸਾਹਿਬੇ ਕਮਾਲ। ਨਾਜ ਰਾਨ ਰੂਏ ਗੁਰੂ ਗੋਬਿੰਦ ਸਿੰਘ, ਮਸਤ ਹੱਕਦਾਰ ਕੂਵੇਂ ਗੁਰੂ ਗੋਬਿੰਦ ਸਿੰਘ। ਜਿਨ੍ਹਾਂ ਦੀ ਇੱਕ ਨਜ਼ਰ ਗਿੱਦੜਾਂ ਤੋਂ ਸ਼ੇਰ ਬਣਾਉਣ ਵਾਲੀ, ਚਿੜੀਆਂ ਤੋਂ ਬਾਜ ਤੜਾਉਣ ਵਾਲੀ, ਸਵਾ ਲੱਖ ਦੇ ਨਾਲ ਲੜਾਉਣ ਵਾਲੀ, ਉਸ ਨਜ਼ਰ ਕਿਰਪਾ ਦ੍ਰਿਸ਼ਟੀ ਦੇ ਮਾਲਕ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਜ਼ੂਰ ਪਿਤਾ ਜੀ ਦੇ ਪਾਵਨ ਮੁਕੱਦਸ ਚਰਨ ਛੋਹ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ, ਖਾਲਸਾ ਪੰਥ ਦੀ ਪ੍ਰਗਟ ਧਰਾ ਪ੍ਰਗਟ ਭੂਮੀ ਤੋਂ ਹਜ਼ੂਰ ਦੀ ਅਪਾਰ ਕਿਰਪਾ ਦੇ ਨਾਲ ਆਪ ਜੀਆਂ ਨੂੰ ਐਸੇ ਪਾਵਨ ਸਥਾਨ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਤੇਰੇ ਦਰਸ਼ਨ ਵਿਟਹੁ ਖੰਨੀਆਂ ਵਈਆਂ, ਤੇਰੇ ਨਾਮ ਵਿਟਹੁ ਕੁਰਬਾਨੋ। ਜਾ ਤੂ ਤਾ ਮੈਂ ਮਾਨ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ। ਆਪਣੇ ਸਤਿਗੁਰਾਂ ਦੇ ਉੱਪਰ ਮਾਣ ਕਰਿਆ ਕਰੀਏ, ਕਿਉਂਕਿ ਸਾਡਾ ਜਿਤਨਾ ਵੀ ਇਹ ਮਾਣ ਤਾਣ ਹੈ ਇਹ ਬਾਜਾਂ ਵਾਲੇ ਪਿਤਾ ਦੇ ਕਰਕੇ ਹੀ ਹੈ। ਨੀਚ ਨੀਚ ਆਖ ਦੇ ਅਛੂਤ ਦੁਰਕਾਰਿਆਂ ਨੂੰ, ਕੌਣ ਚੁੱਕ ਪੁੱਤਾਂ ਵਾਂਗ ਛਾਤੀ ਨਾਲ ਲਾਮਦਾ। ਇੱਕ ਘਰ ਹੋਣ ਜਿੱਥੇ ਚੁੱਲ੍ਹੇ 12 ਵੱਖ ਵੱਖ, ਕੌਣ ਇੱਕ ਭਾਂਡੇ ਉਹਨਾਂ ਅੰਮ੍ਰਿਤ ਪਿਆਮਦਾ। ਬਿਨ ਘਰ ਬਾਰ ਜਿਹੜੇ ਫਿਰਦੇ ਵਰਜੇਸ ਹਰ, ਕੌਣ ਤਿੰਨਾਂ ਰਾਜ ਦੇ ਸਿੰਘਾਸਨ ਬਿਠਾਵਦਾ। ਹੁੰਦੇ ਕਿਵੇਂ ਚਿੜੇ ਬਾਜ, ਗਿੱਦੜੋਂ ਬੱਬਰ ਸ਼ੇਰ, ਚਿੱਟੇ ਬਾਜਾਂ ਵਾਲਾ ਜੇ ਨਾ ਜੱਗ ਵਿੱਚ ਆਮਦਾ। ਤੋ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਆਪ ਸਰੋਤੇ ਜਨਾਂ ਨੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਗੁਰ ਇਤਿਹਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਰਾਸ 11ਵੀਂ ਅੰਸੂ ਅਧਿਆਏ 54, ਜਿਸ ਦੇ ਵਿੱਚ ਇਹ ਪਾਵਨ ਕਥਾ ਚੱਲ ਰਹੀ ਹੈ। ਇਸ ਦੇ ਕਰਤਾ ਲਿਖਾਰੀ ਚੂੜਾਮਨ ਕਵੀ ਕਵੀਰਾਜ ਗਿਆਨੀ ਸੰਤੋਖ ਸਿੰਘ ਜੀ ਬੜੇ ਪਿਆਰ ਨਾਲ ਪ੍ਰੇਮ ਨਾਲ ਭਿੱਜ ਕੇ ਗੁਰੂ ਭਗਤੀ ਵਿੱਚ ਰੰਗ ਕੇ ਮਨ ਨੂੰ ਉਹਨਾਂ ਨੇ ਇਹ ਮਹਾਨ ਕਥਾ ਸਤਿਗੁਰਾਂ ਦੀ ਲਿਖੀ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਾਗ ਤੀਰਥ ਦੇ ਉੱਪਰ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸੁਣਿਆ ਹੈ, ਇੱਥੇ ਮਹਾਰਾਜ ਜੀ ਨੇ ਬਹੁਤ ਲੰਬਾ ਸਮਾਂ 6 ਮਹੀਨੇ ਰਹਿ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਬੜੇ ਜੱਗ ਲਾਏ, ਬੜੇ ਲੰਗਰ ਲਾਏ, ਜੋ ਕੁਝ ਵੀ ਸੰਗਤਾਂ ਦੀਆਂ ਭੇਟਾਵਾਂ ਉਹ ਇਸੇ ਤਰ੍ਹਾਂ ਹੀ ਵੰਡ ਦਿੱਤੀਆਂ, ਦਾਨ ਕਰ ਦਿੱਤੇ। ਜੋ ਵੀ ਮਹਾਤਮਾ ਸਾਧੂ
ਜੋ ਵਿਦ ਜੋ ਤਮਾਇਆ। ਤੋ ਇਸੇ ਹੀ ਪਾਵਨ ਪ੍ਰਾਗਰਾਜ ਤੀਰਥ ਤੇ ਸਾਡੇ ਮਾਤਾ ਜੀ, ਮਾਤਾ ਗੁਜਰ ਕੌਰ ਜੀ, ਉਹਨਾਂ ਦੀ ਕੁੱਖ ਵਿੱਚ ਆ ਕੇ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਆਪਣਾ ਪ੍ਰਕਾਸ਼ ਕੀਤਾ ਹੈ। ਕੁੱਖ ਦੇ ਵਿੱਚ ਆਪ ਜੀ ਵੱਧ ਰਹੇ ਨੇ ਦੂਜ ਦੇ ਚੰਦਰਮਾ ਦੇ ਵਾਂਗ। ਇਹ ਆਪਾਂ ਕੱਲ੍ਹ ਸਰਵਣ ਕੀਤਾ ਹੈ। ਉੱਥੋਂ ਫਿਰ ਮਹਾਰਾਜ ਜੀ ਚੱਲ ਕੇ ਕਾਂਸੀ ਵਿੱਚ ਆਏ ਨੇ। ਕਾਂਸੀ ਦੇ ਵੀ ਆਲੇ ਦੁਆਲੇ ਇਰਦ ਗਿਰਦ ਦੀਆਂ ਸੰਗਤਾਂ ਜੋ ਵੀ ਸੁਣਦੀਆਂ ਨੇ ਮਹਾਰਾਜ ਜੀ ਦਾ ਆਉਣਾ, ਭੇਟਾਵਾਂ ਲੈ ਕੇ ਵਹੀਰਾਂ ਘੱਤ ਕੇ ਸਤਿਗੁਰਾਂ ਦੇ ਦਰਸ਼ਨਾਂ ਨਾਲ ਉਮੜ ਕੇ ਆਉਂਦੀਆਂ ਨੇ। ਮੁਖੀ ਮੁਖੀ ਮਸੰਦ ਇੱਧਰ ਉੱਧਰ ਦੇ ਰਹਿਣ ਵਾਲੇ, ਉਹ ਵੀ ਜੋ ਕਿਸੇ ਨੇ ਛਮਾਹੀ ਦੀ ਭੇਟਾ ਇਕੱਠੀ ਕੀਤੀ, ਕਿਸੇ ਨੇ ਸਾਲ ਦੀ, ਉਹ ਵੀ ਮਹਾਰਾਜ ਜੀ ਦੇ ਚਰਨਾਂ 'ਤੇ ਲਿਆ ਕੇ ਨਮਸਕਾਰਾਂ ਕਰਦੇ ਤੇ ਉਹ ਭੇਟਾਵਾਂ ਅਰਪਦੇ ਹਨ। ਤੋ ਕਈ ਤਰ੍ਹਾਂ ਦੇ ਸਾਧੂ, ਭੇਖਾਂ ਵਾਲੇ, ਉਦਾਸੀ, ਬਰਾਗੀ, ਨਿਰਮਲੇ, ਸੰਨਿਆਸੀ, ਜਤੀ, ਦੱਤਾਤਰੇਓ ਦੇ ਚੇਲੇ, ਜਟਾਵਾਂ ਵਾਲੇ, ਦਿਗੰਬਰ, ਨਾਂਗੇ, ਬਹੁਤ ਸਾਰੇ ਭੇਖਾਂ ਵਾਲੇ ਸਾਧੂ ਵੀ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਕਾਂਸੀ ਵਿੱਚ, ਤੇ ਆ ਕਰਕੇ ਉਪਦੇਸ਼ ਦੀ ਜਾਚਨਾ ਕਰਦੇ ਨੇ। ਜੋ ਵੀ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਹੁੰਦਾ ਹੈ, ਸਵਾਲ ਹੁੰਦਾ ਹੈ, ਤਾਂ ਮਹਾਰਾਜ ਜੀ ਉਹਦਾ ਸ਼ੰਕਾ ਮੇਟਦੇ ਨੇ। ਇਹ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਆਓ ਆ ਰਹੀ ਕਥਾ ਨੂੰ ਸਰੋਤੇ ਜਨੋ, ਸਤਸੰਗੀ ਜਨੋ, ਸਾਵਧਾਨ ਇਕਾਗਰ ਚੀਤ ਹੋ ਕਰਕੇ ਸਰਵਣ ਕਰੀਏ। ਇੱਕ ਵਾਰ ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਸ ਜਸ ਜਿਨ ਜਿਨ ਬੂਝਨ ਕਰਿਓ। ਕਹਿੰਦੇ ਜਿਸ ਜਿਸ ਤਰ੍ਹਾਂ ਵੀ ਜਿਸ ਸਾਧੂ ਨੇ, ਜਿਸ ਮਹਾਤਮਾ ਨੇ ਮਹਾਰਾਜ ਜੀ ਤੋਂ ਸਵਾਲ ਪੁੱਛਿਆ, ਮਨ ਦਾ ਕੋਈ ਭਰਮ ਦੂਰ ਕਰਨ ਦੇ ਵਾਸਤੇ, ਤਸ ਤਸ ਉੱਤਰ ਗੁਰੂ ਉਚਰਿਓ। ਉਸੇ ਤਰ੍ਹਾਂ ਦਾ ਹੀ ਉੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ। ਕਿਸੇ ਨੇ ਕਿਹਾ ਮਹਾਰਾਜ ਰਸ ਨਹੀਂ ਮਿਲਦਾ, ਆਤਮਿਕ ਆਨੰਦ ਨਹੀਂ ਮਿਲਦਾ, ਤਾਂ ਬਚਨ ਕਹੇ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਿਸ ਭਾਗੋ। ਕਿਸੇ ਬੇਨਤੀ ਕੀਤੀ ਮਹਾਰਾਜ ਜੀਓ, ਇਹ ਜਗਤ ਪ੍ਰਭੂ ਨੂੰ ਕਿਉਂ ਭੁੱਲਿਆ ਹੋਇਆ ਹੈ? ਤਾਂ ਹਜ਼ੂਰ ਪਾਤਸ਼ਾਹ ਜੀ ਨੇ ਕਿਹਾ ਸਾਧੋ ਇਹੋ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ। ਜੋਬਨ ਧਨ ਪ੍ਰਭਤਾ ਕੈ ਮਦ ਮੈਂ, ਅਹਨਿਸ ਰਹਿ ਦੀਵਾਨਾ, ਦੀਨ ਦਇਆਲ ਸਦਾ ਦੁਖ ਭੰਜਨ, ਤਾ ਸਿਓ ਮਨ ਨਾ ਲਗਾਨਾ। ਜਵਾਨੀ ਦੇ ਨਸ਼ੇ ਵਿੱਚ, ਦੂਜਾ ਮਦ ਹੰਕਾਰ ਵਿੱਚ, ਪ੍ਰਭਤਾ ਦੇ ਹੰਕਾਰ ਵਿੱਚ, ਜੋਬਨ ਧਨ, ਧਨ ਦੇ ਹੰਕਾਰ ਵਿੱਚ, ਜਵਾਨੀ ਦੇ ਨਸ਼ੇ ਵਿੱਚ, ਤੇ ਪ੍ਰਭਤਾ ਕੋਈ ਪਦਵੀ, ਕੋਈ ਚੌਧਰਤਾ, ਇਹਦੇ ਮਦ ਹੰਕਾਰ ਨਸ਼ੇ ਵਿੱਚ ਝੱਲਾ ਪਾਗਲ ਹੋਇਆ ਪਿਆ ਜਗਤ ਸੰਸਾਰ, ਪ੍ਰਭੂ ਨੂੰ ਭੁੱਲਿਆ ਹੋਇਆ ਹੈ। ਤੋ ਇਸ ਤਰ੍ਹਾਂ ਜਿਸ ਜਿਸ ਨੇ ਵੀ ਜੋ ਜੈਸਾ ਵੀ ਸਵਾਲ ਕੀਤਾ, ਮਹਾਰਾਜ ਜੀ ਨੇ ਵੈਸਾ ਹੀ ਉਸ ਨੂੰ ਉੱਤਰ ਦੇ ਕੇ ਨਿਰੁਕਤ ਕੀਤਾ, ਨਿਹਾਲ ਕੀਤਾ ਹੈ। ਹਰਖੈ ਸੁਨ ਉਸਤਤੀ ਬਖਾਨੈ। ਸੋ ਸੁਣ ਕਰਕੇ ਕਿਉਂਕਿ ਮਨ ਦੀ ਨਿਸ਼ਾ ਹੋ ਗਈ, ਸੰਕੇ ਦੂਰ ਹੋ ਗਏ, ਭਰਮ ਦੂਰ ਹੋ ਗਏ। ਕਈ ਤਾਂ ਇਸ ਤਰ੍ਹਾਂ ਦੇ ਹੁੰਦੇ ਨੇ ਨਾ, ਭਰਮ ਦੂਰ ਕਰਨ ਦੀ ਥਾਂ ਕਈ ਭਰਮ ਪਾ ਦਿੰਦੇ ਨੇ ਹੋਰ। ਬੰਦਾ ਇੱਕ ਸ਼ੰਕਾ ਦੂਰ ਕਰਨ ਵਾਸਤੇ ਆਉਂਦਾ, ਚਾਰ ਸ਼ੰਕੇ ਹੋਰ ਪਾ ਦਿੰਦੇ ਨੇ, ਕਿਉਂਕਿ ਉਹ ਆਪ ਸ਼ੰਕਿਆਂ ਨਾਲ ਭਰੇ ਹੁੰਦੇ ਨੇ, ਮਨ ਉਹਨਾਂ ਦਾ ਨਿਰਮਲ ਨਹੀਂ ਹੁੰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਹਰੇਕ ਦੇ ਮਨ ਦਾ ਸ਼ੰਕਾ ਭਰਮ ਖਤਮ ਕਰਕੇ ਪ੍ਰਭੂ ਦੇ ਰੰਗ ਵਿੱਚ ਰੰਗ ਰਹੇ ਨੇ। ਤੋ ਉਹ ਕਹਿੰਦੇ ਨੇ ਜੋ ਜੋ ਸੁਣਿਆ ਸੀ ਕੰਨਾਂ ਨਾਲ, ਜਿਵੇਂ ਜਿਵੇਂ ਵਡਿਆਈ ਸੁਣੀ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ 9ਵੇਂ ਸਰੂਪ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਐਸੇ ਹਨ। ਜਥਾ ਜੋਗ ਜਗ ਗੁਰ ਹਮ ਜਾਣੈ। ਉਸੇ ਤਰ੍ਹਾਂ ਹੀ ਸਤਿਗੁਰਾਂ ਨੂੰ ਅੱਖਾਂ ਨਾਲ ਅਸੀਂ ਦੇਖ ਲਿਆ। ਜਿਵੇਂ ਸੁਣਿਆ ਸੀ ਨਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਜਿਹੋ ਜਿਹਾ ਸੁਣੀਦਾ ਸੀ ਅੱਖਾਂ ਨਾਲ ਉਹੋ ਜਿਹਾ ਹੀ ਸਤਿਗੁਰੂ ਦੇਖ ਲਿਆ। ਤੋ ਇਸ ਤਰ੍ਹਾਂ ਮਹਾਰਾਜ ਜੀ ਦਾ ਜਸ ਕਰਦੇ ਹਨ। ਸਿੱਖ ਹਜ਼ਾਰੋਂ ਹੋਵਤ ਆਏ। ਹਜ਼ਾਰਾਂ ਹੀ ਸਿੱਖ ਆ ਕੇ ਮਹਾਰਾਜ ਜੀ ਦੀ ਚਰਨ ਪੌਲ ਲੈ ਕੇ ਸਿੱਖ ਸਜਦੇ ਹਨ ਆ ਕੇ। ਸ਼ਰਧਾ ਧਰ ਧਰ ਬਰ ਕੋ ਪਾਏ। ਬਹੁਤ ਭਾਰੀ ਮਹਾਰਾਜ ਜੀ ਦੇ ਨਾਲ ਪ੍ਰੇਮ ਭਾਵਨਾ ਸਰਧਾ ਧਾਰਨ ਕਰਦੇ ਹਨ, ਚਰਨਾਂ ਤੇ ਨਮਸਕਾਰਾਂ ਕਰਦੇ ਹਨ। ਬਹੁ ਸੰਗਤ ਕੋ ਲੱਗਿਓ ਦੀਵਾਨ। ਬੜਾ ਵੱਡਾ ਦੀਵਾਨ ਸਭਾ ਲੱਗੀ ਹੋਈ ਹੈ ਸੰਗਤ ਦੀ। ਹਰਖਤ ਹੋਏ ਸਤਿਗੁਰੂ ਬਖਾਨ। ਸਤਿਗੁਰਾਂ ਦੀ ਮਹਿਮਾ ਕਰ ਕਰਕੇ ਬੜੇ ਪ੍ਰਸੰਨ ਹੁੰਦੇ ਹਨ। ਇਹ ਪੁਰ ਸੇਵਕੋ ਮਹਾ ਮਹਾਤਮ। ਕਵੀ ਜੀ ਕਹਿੰਦੇ ਹਿੰਦੂ ਗ੍ਰੰਥਾਂ ਵਿੱਚ ਲਿਖਿਆ ਏ, ਜਿਸ ਕਾਂਸੀਪੁਰੀ ਵਿੱਚ ਮਹਾਰਾਜ ਬੈਠੇ ਨੇ ਇਹ ਸ਼ਿਵ ਜੀ ਦੀ ਪੁਰੀ ਹੈ। ਇਹਨੂੰ ਸ਼ਿਵਪੁਰੀ ਵੀ ਕਿਹਾ ਜਾਂਦਾ ਹੈ। ਤੇ ਹਿੰਦੂ ਲੋਕ ਕਹਿੰਦੇ ਨੇ ਇਹ ਸ਼ਿਵਪੁਰੀ ਕਾਂਸੀ ਵਿੱਚ ਰਹਿਣ ਦਾ ਬੜਾ ਵੱਡਾ ਮਹਾਤਮ ਹੈ, ਫਲ ਹੈ। ਰਹਿ ਸੰਤ ਸਿੱਖ ਨਿਰਮਲ ਆਤਮ। ਇੱਥੇ ਨਿਰਮਲ ਆਤਮਾ ਵਾਲੇ ਸੰਤ, ਕੁਝ ਕਾਂਸੀ ਦੇ ਵਿੱਚ ਵਿਦਵਾਨ ਪੰਡਿਤ ਵੀ ਰਹਿੰਦੇ ਨੇ, ਪਰ ਉੱਥੇ ਭਾਈ ਗੁਰਦਾਸ ਸਾਹਿਬ ਜੀ ਵੀ ਬਹੁਤ ਸਮਾਂ ਰਹੇ ਜਾ ਕੇ। ਜਦੋਂ ਪਰਚਾ ਪਿਆ ਸੀ ਨਾ ਕਾਬਲ ਤੋਂ ਘੋੜਿਆਂ ਦਾ, ਸਭ ਨੂੰ ਸਾਖੀ ਆਉਂਦੀ, ਤੰਬੂ ਪਾੜ ਕੇ ਪਿੱਛੋਂ ਦੀ ਦੌੜ ਗਏ ਸਨ। ਜਦੋਂ ਇਹ ਪਰਚਾ ਪਿਆ, ਇਮਤਿਹਾਨ ਪਿਆ ਸੀ, ਕਾਂਸੀ ਵਿੱਚ ਜਾ ਕੇ ਰਾਜੇ ਦੇ ਕੋਲ ਰਹੇ। ਜਿੰਨੇ ਉੱਥੇ ਵਿਦਵਾਨ ਰਹਿੰਦੇ ਸਨ ਸਾਰੇ ਹੀ ਭਾਈ ਗੁਰਦਾਸ ਸਾਹਿਬ ਜੀ ਦੇ ਸੇਵਕ ਬਣ ਗਏ ਸਨ, ਕਿਉਂਕਿ ਵਿਦਵਤਾ ਹੀ ਇੰਨੀ ਸੀ। ਇੱਕ ਤਾਂ ਮਹਾਰਾਜ ਤੀਜੇ ਪਾਤਸ਼ਾਹ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਗੁਰਮਤ ਕਮਾਈ ਹੈ, ਤੇ ਦੂਜਾ ਗੁਰਮੁਖੋ ਅੰਦਰ ਇੱਕ ਇੱਕ ਰੋਮ ਰੋਮ ਵਿੱਚ ਸਤਿਗੁਰਾਂ ਦਾ ਪ੍ਰੇਮ ਭਰਿਆ ਹੋਇਆ। ਵਿਦਵਾਨ ਬਹੁਤ ਸਨ, ਇਸ ਕਰਕੇ ਜੋ ਵੀ ਪੰਡਤ ਸਵਾਲ ਕਰਦੇ ਉਹਦਾ ਜਵਾਬ ਦਿੰਦੇ ਸਨ। ਤੋ ਉਦੋਂ ਤੋਂ ਲੈ ਕੇ ਭਾਈ ਗੁਰਦਾਸ ਸਾਹਿਬ ਜੀ ਤੋਂ ਬਹੁਤ ਸਿੱਖ ਉੱਥੇ ਰਹਿੰਦੇ ਸਨ। ਉਸ ਰਾਜੇ ਦਾ ਪ੍ਰੇਮ ਕਰਕੇ ਰਾਜਾ ਵੀ ਭਾਈ ਸਾਹਿਬ ਜੀ ਦਾ ਸੇਵਕ ਬਣ ਗਿਆ ਸੀ। ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਾਅਦ ਵਿੱਚ ਆਇਆ ਸੀ ਉਹ। ਫਿਰ ਮਹਾਰਾਜ ਸੱਚੇ ਪਾਤਸ਼ਾਹ, ਹੁਣ ਨਾਵੇਂ ਪਾਤਸ਼ਾਹ ਜੀ ਵੀ ਉੱਥੇ ਗਏ। 10ਵੇਂ ਪਾਤਸ਼ਾਹ ਜੀ ਦਾ ਵੀ ਅਸਥਾਨ ਹੈ। ਤੋ ਨਿਰਮਲ ਆਤਮਾ ਵਾਲੇ ਬਹੁਤ ਸਾਰੇ ਗੁਰਸਿੱਖ ਸਾਧੂ ਇਸ ਕਾਂਸੀ ਵਿੱਚ ਰਹਿੰਦੇ ਹਨ। ਗੁਰ ਸਿੱਖੀ ਕੋ ਕੋਠਾ ਹੈ। ਇਸ ਕਰਕੇ ਜਿਹੜਾ ਸਥਾਨ ਹੈ ਨਾ ਕਾਂਸੀ, ਇਹ ਗੁਰਸਿੱਖੀ ਦਾ ਕੋਠਾ ਕਿਹਾ ਜਾਂਦਾ ਹੈ ਕਿ ਇਹ ਗੁਰਸਿੱਖੀ ਦਾ ਗੁਰੂ ਕਾ ਕੋਠਾ ਹੈ। ਗੁਰ ਸ਼ਰਧਾ ਉਰ ਧਰ ਬਰ ਰਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਆ ਕੇ ਜਿਹੜਾ ਪਾਣਨੀ ਮੁਨੀ ਹੋਇਆ ਉਹਦਾ ਉਧਾਰ ਕੀਤਾ ਸੀ। ਪ੍ਰੇਤ ਬਣਿਆ ਹੋਇਆ ਸੀ, ਆਪਣੇ ਮੰਦਰ ਵਿੱਚ ਮੋਹ ਕਰਕੇ ਪ੍ਰੇਤ ਬਣਨਾ ਪਿਆ ਸੀ ਇਹਨੂੰ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਬਲ ਬਲ ਅਵਤਰੈ। ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਸ਼ਬਦ ਉਚਾਰਿਆ ਸੀ, ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ। ਇਹ ਸ਼ਬਦ ਦਾ ਕੀਰਤਨ ਕਰਕੇ ਤੇ ਇਹਦਾ ਉਧਾਰ ਕੀਤਾ ਸੀ, ਇਹਨੂੰ ਮੁਕਤ ਕੀਤਾ ਸੀ। ਪ੍ਰੇਤੋ ਕੀ ਤੋਣ ਦੇਵਤਾ ਤਿਨ ਕਰਨੈ ਹਾਰੈ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਤੋ ਸਤਿਗੁਰੂ ਨਾਨਕ ਸਾਹਿਬ ਜੀ ਦਾ ਵੀ ਉੱਥੇ ਅਸਥਾਨ ਹੈ, ਭਾਈ ਗੁਰਦਾਸ ਸਾਹਿਬ ਜੀ ਦਾ ਵੀ ਉੱਥੇ ਅਸਥਾਨ ਹੈ। ਇਸ ਕਰਕੇ ਇੱਥੇ ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ, ਨਿਰਮਲ ਸਾਧੂ ਸੰਤ ਰਹਿੰਦੇ ਹਨ। ਪਾਵਨ ਖੇਤਰ ਆਦਿ ਕੋ ਭਇਓ। ਇਸ ਤਰ੍ਹਾਂ ਗੁਰਸਿੱਖਾਂ ਦੇ ਕਰਕੇ ਤੇ ਸਤਿਗੁਰਾਂ ਦੇ ਚਰਨ ਪਾਉਣ ਕਰਕੇ ਇਹ ਕਾਂਸੀ ਦਾ ਜਿਹੜਾ ਅਸਥਾਨ ਹੈ ਪਾਵਨ ਤੀਰਥ ਬਣਿਆ ਹੈ। ਨੀਲ ਕੰਠ ਰੁਚ ਸੋ ਰਚ ਦਇਓ। ਜਿਹੜਾ ਨੀਲ ਕੰਠ ਸ਼ਿਵ ਜੀ ਹੈ, ਹਿੰਦੂ ਗ੍ਰੰਥਾਂ ਅਨੁਸਾਰ ਕਵੀ ਜੀ ਵੀ ਦੱਸ ਰਹੇ ਨੇ, ਕਿਉਂਕਿ ਉਹਨੇ ਆਪਣੇ ਕੰਠ ਵਿੱਚ ਜ਼ਹਿਰ ਰੱਖੀ ਸੀ, ਇਸ ਕਰਕੇ ਕੰਠ ਨੀਲਾ ਹੋ ਗਿਆ, ਉਹ ਤੋਂ ਨਾਮ ਉਹਦਾ ਨੀਲ ਕੰਠ ਪੈ ਗਿਆ।
ਤੋ ਉਸ ਨੇ ਇਸ ਸੇਵਪੁਰੀ ਨੂੰ ਰਚਿਆ, ਇਸ ਨਗਰੀ ਨੂੰ ਰਚਿਆ। ਜੇ ਮਾਨਵ ਵਾਸੈ ਸਮੁਦਾਏ, ਤੇ ਉਹਨੇ ਵਰ ਵੀ ਦਿੱਤਾ ਸੀ ਕਿ ਜਿਹੜਾ ਮਨੁੱਖ ਸੇਵਪੁਰੀ ਵਿੱਚ ਆ ਕੇ ਵਸੇਗਾ ਕਾਂਸੀ ਵਿੱਚ, ਗਤ ਦੇਵਨ ਮਹਿ ਬਨਹਿ ਸਹਾਏ, ਉਹਦੀ ਮੁਕਤੀ ਹੋਵੇਗੀ। ਇਹ ਕਾਂਸੀ ਉਹਨੂੰ ਮੁਕਤ ਕਰਨ ਵਿੱਚ ਸਹਾਇਕ ਹੋਵੇਗੀ। ਪਰ ਗੁਰਮਤਿ ਨੇ ਐਸਾ ਫੈਸਲਾ ਨਹੀਂ ਕੀਤਾ। ਗੁਰਮਤਿ ਹੋਰ ਕੁਝ ਕਹਿ ਰਹੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਸਗਲ ਜਨਮ ਸੇਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠਾਇਆ, ਬਹੁਤ ਬਰਸ ਤਪ ਕੀਆ ਕਾਂਸੀ, ਮਰਨ ਭਇਆ ਮਗਹਰ ਕੀ ਬਾਸੀ। ਤੋ ਕਾਂਸੀ ਮਗਹਰ ਸਾਮ ਵਿਚਾਰੀ, ਓਛਾ ਭਗਤ ਕੈਸੇ ਉਤਰ ਸਪਾਰੀ। ਜੇ ਭਗਤੀ ਤੋਂ ਖਾਲੀ ਨੇ, ਦੁਸ਼ਟ ਮਨ ਵਾਲੇ ਨੇ, ਪਾਪ ਕਰਨ ਵਾਲੇ ਨੇ, ਕਾਂਸੀ ਵਿੱਚ ਕਿਵੇਂ ਮੁਕਤ ਹੋ ਜਾਣਗੇ? ਜਿਹੜੇ ਠੱਗੀਆਂ ਮਾਰਨ ਵਾਲੇ, ਚੋਰੀਆਂ ਕਰਨ ਵਾਲੇ, ਯਾਰੀਆਂ ਕਰਨ ਵਾਲੇ, ਕੁਕਰਮ ਕਰਨ ਵਾਲੇ, ਉਹ ਭਾਵੇਂ ਕਾਂਸੀ ਵਿੱਚ ਜਾ ਕੇ ਕਿਉਂ ਨਾ ਮਰਨ। ਮਨਹੁ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ। ਜੇ ਮਨ ਕਠੋਰ ਹੈ, ਪੱਥਰ ਵਰਗਾ, ਨਹੀਂ ਕੋਈ ਅਸਰ ਹੋਇਆ ਕਾਂਸੀ ਵਿੱਚ ਰਹਿ ਕੇ ਵੀ, ਪਿਘਲਿਆ ਨਹੀਂ। ਸ਼ਬਦ ਨਾ ਭੀਜੈ ਸਾਖ ਤਾਂ ਦੁਰਮਤਿ ਆਮਨ ਜਾਨ। ਜਿੱਦਾਂ ਇਹ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਹੈ, ਜਿੱਥੇ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ, ਨਿਵਾਜਿਆ, ਇੰਨੀ ਵਡਿਆਈ ਦਿੱਤੀ, ਇੰਨਾ ਸਾਨੂੰ ਸਤਿਕਾਰਿਆ। ਇੱਥੇ ਰਹਿ ਕੇ ਵੀ ਜੇ ਮਨ ਨਾ ਪਿਘਲਿਆ, ਪੱਥਰ ਦਾ ਪੱਥਰ ਹੀ ਬਣਿਆ ਰਿਹਾ, ਤਾਂ ਕੀ ਮੁਕਤ ਹੋ ਜਾਵੇਗਾ ਕਿ ਮੈਂ ਆਨੰਦਪੁਰ ਸਾਹਿਬ ਰਿਹਾ, ਮੈਂ ਮੁਕਤ ਹੋ ਜਾਵਾਂਗਾ? ਇਸ ਤਰ੍ਹਾਂ ਨਹੀਂ ਮੁਕਤ ਹੋਇਆ ਜਾਂਦਾ। ਮੁਕਤੀ ਤਾਂ ਮਿਲੇਗੀ ਗੁਰੂ ਕੇ ਬਚਨਾਂ ਨੂੰ ਮੰਨ ਕੇ। ਸ਼ਬਦ ਨਾ ਭੀਜੈ ਸਾਖਤਾਂ, ਸਾਖਤਾਂ ਦਾ ਮਨ ਸ਼ਬਦ ਵਿੱਚ ਭਿੱਜਦਾ ਹੀ ਨਹੀਂ। ਹੈਰਾਨਗੀ ਹੁੰਦੀ ਹੈ, ਜਿਸ ਧਰਤੀ ਤੇ ਮਹਾਰਾਜ ਜੀ ਨੇ ਕੇਸਗੜ੍ਹ ਸਾਹਿਬ ਤਖਤ ਸਾਜਿਆ, ਉੱਥੇ ਸਰਦਾਰਾਂ ਦੇ ਬੱਚੇ ਬਿਊਟੀ ਪਾਰਲਰ ਖੋਲ੍ਹ ਕੇ ਬੈਠੇ ਹੋਏ ਨੇ। ਜਿਸ ਤਖਤ ਤੋਂ ਕੇਸਾਂ ਨੂੰ ਰੱਖਣ ਦਾ ਸੱਦਾ ਦਿੱਤਾ ਜਾਂਦਾ ਹੈ, ਬੜਾ ਦੁੱਖ ਹੁੰਦਾ ਹੈ। ਬਾਕੀ ਲੋਕ ਕਰਨ, ਸਾਨੂੰ ਕੋਈ ਉਹਨਾਂ ਦੇ ਨਾਲ ਮਤਲਬ ਨਹੀਂ। ਸਾਡੇ ਸਿੱਖਾਂ ਦੇ ਬੱਚੇ, ਸਿੱਖਾਂ ਦੀਆਂ ਬੱਚੀਆਂ, ਕਿਸੇ ਬੱਚੀ ਨੂੰ ਪੁੱਛੀਏ, ਬੱਚੀ ਤੂੰ ਕੀ ਕਰਦੀ, ਕਿਹੜੀ ਪੜ੍ਹਾਈ? ਜੀ ਮੈਂ ਬਿਊਟੀ ਪਾਰਲਰ ਸਿੱਖ ਰਹੀ। ਹੱਦ ਹੋ ਗਈ। ਆਪਣੇ ਹੱਥੀਂ ਕੇਸਾਂ ਦਾ ਨਾਸ਼ ਕਰੋਗੇ, ਆਪਣਿਆਂ ਦਾ ਵੀ ਤੇ ਦੂਜਿਆਂ ਦਾ ਵੀ। ਕਿੱਧਰ ਨੂੰ ਸਾਡੀ ਸਿੱਖੀ ਜਾ ਰਹੀ, ਬੜਾ ਮਨ ਨੂੰ ਦੁੱਖ ਹੁੰਦਾ। ਆਨੰਦਪੁਰ ਸਾਹਿਬ ਦੀ ਧਰਤੀ ਹੋਵੇ ਤੇ ਸਰਦਾਰਾਂ ਦੀਆਂ ਬੱਚੀਆਂ ਬਿਊਟੀ ਪਾਰਲਰਾਂ ਦੀਆਂ ਦੁਕਾਨਾਂ ਖੋਲ੍ਹ ਕੇ ਬੈਠੀਆਂ ਹੋਣ। ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਈ। ਧਨ ਨੂੰ ਕਮਾਉਣਾ ਤੇ ਧਰਮ ਦੀ ਕਿਰਤ ਦੇ ਨਾਲ ਕਮਾਓ, ਪਾਪਾਂ ਦੀ ਕਮਾਈ ਨਾਲ ਨਾ ਕਮਾਓ। ਆਪਾਂ ਤਾਂ ਕੇਸਾਂ ਨੂੰ ਰਖਾਉਣ ਵਾਲਿਆਂ ਵਿੱਚ ਆ। ਆਪਾਂ ਜ਼ਕਰੀਆ ਦੀ ਔਲਾਦ ਥੋੜ੍ਹੀ ਆ, ਜਿੰਨੇ ਭਾਈ ਤਾਰੂ ਸਿੰਘ ਦਾ ਖੋਪੜਾ ਲਾਇਆ ਸੀ। ਤੋ ਇਸ ਕਰਕੇ ਕੁਝ ਸਮਝੀਏ, ਕੁਝ ਲਾਜ ਰੱਖੀਏ, ਧਰਮ ਨੂੰ ਵੱਟਾ ਨਾ ਲਗਾਈਏ। ਕੋਈ ਹੇਅਰ ਕਟਿੰਗ ਦੀ ਦੁਕਾਨ ਖੋਲ੍ਹ ਕੇ ਸਰਦਾਰਾਂ ਦਾ ਮੁੰਡਾ ਬੈਠਾ ਤੇ ਕੋਈ ਬਿਊਟੀ ਪਾਰਲਰ ਖੋਲ੍ਹ ਕੇ ਬੈਠਾ ਹੈ। ਕੀ ਵਾਧਾ ਪਾਵਾਂਗੇ ਅਸੀਂ ਸਿੱਖੀ ਦੇ ਵਿੱਚ ਭਾਈ? ਤੋ ਜਿਵੇਂ ਪਾਪੀ ਮਨ ਕਾਂਸੀ ਵਿੱਚ ਰਹਿੰਦਾ, ਮੁਕਤ ਨਹੀਂ ਹੋਵੇਗਾ। ਜੇ ਇਸ ਤਰ੍ਹਾਂ ਦੇ ਬੰਦੇ ਆਨੰਦਪੁਰ ਸਾਹਿਬ ਵੀ ਰਹਿਣਗੇ, ਮਤਾ ਸਮਝਣ ਬਾਜਾਂ ਵਾਲਾ ਸਾਨੂੰ ਮੁਕਤ ਕਰ ਦੇਵੇਗਾ। ਪਾਪਾਂ ਦਾ ਫਲ ਭੋਗਣਾ ਪਵੇਗਾ। ਤੋ ਕਵੀ ਜੀ ਕਹਿ ਰਹੇ ਹਨ, ਸਿਮਰਹੁ ਸੁਖ ਦਾ ਨਿਤ ਸਤਨਾਮ, ਨਿਤਾ ਪ੍ਰਤੀ ਹੀ ਸੁਖਦਾਇਕ, ਸੁਖ ਦੇਣ ਵਾਲਾ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਕਰੋ। ਸ਼ੰਕਰਪੁਰੀ ਬਸਹੁ ਕਰ ਧਾਮ, ਕਹਿੰਦੇ ਧਾਮ ਬਣਾ ਕੇ ਸ਼ਿਵ ਜੀ ਨੇ ਕਿਹਾ ਇੱਥੇ ਵਾਸਾ ਕਰੋ। ਤੇ ਭਗਤ ਸਾਹਿਬ ਜੀ ਨੇ ਕਿਹਾ ਸੀ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਮੈਂ ਤਾਂ ਭਾਈ ਹੜੰਬੇ ਦੀ ਧਰਤੀ ਤੇ ਜਾ ਕੇ ਸਰੀਰ ਛੱਡਾਂਗਾ। ਉੱਥੇ ਸ਼ਰਾਪ ਦਿੱਤਾ ਸੀ, ਜਿਹੜਾ ਹੜੰਬੇ ਦੀ ਧਰਤੀ ਤੇ ਮਰੇਗਾ ਉਹ ਗਧਾ ਬਣੇਗਾ, ਤੇ ਜਿਹੜਾ ਕਾਂਸੀ ਵਿੱਚ ਮਰੇਗਾ ਉਹ ਮੁਕਤ ਹੋਵੇਗਾ। ਤੇ ਭਗਤ ਸਾਹਿਬ ਜੀ ਨੇ ਅੰਤਲੇ ਵੇਲੇ ਆਪਣਾ ਸਰੀਰ ਹੀ ਹੜੰਬੇ ਦੀ ਧਰਤੀ ਤੇ, ਮਗਹਰ ਦੀ ਧਰਤੀ ਤੇ ਜਾ ਕੇ ਤਿਆਗਿਆ ਸੀ। ਰਹੇ ਸਾਰੀ ਉਮਰ ਬਨਾਰਸ ਵਿੱਚ, ਪਰ ਅੰਤਲਾ ਸਮਾਂ ਮਗਹਰ ਦੀ ਧਰਤੀ ਤੇ ਬਿਤਾਇਆ ਤੇ ਸੱਚਖੰਡ ਨੂੰ ਗਏ। ਸਾਧ ਸੰਗਤ ਜੀ, ਪਰਮਾਤਮਾ ਦਾ ਸੰਤ ਸਰਾਪੀ ਧਰਤੀ ਤੇ ਵੀ ਸਰੀਰ ਛੱਡ ਦੇਵੇ ਉਹ ਮੁਕਤ ਹੈ।
ਪਾਪੀ ਬੰਦਾ ਭਾਵੇਂ ਬਾਰ ਵਾਲੀ ਧਰਤੀ ਤੇ ਵੀ ਸਰੀਰ ਛੱਡੇ ਤਾਂ ਵੀ ਉਹ ਨਰਕਾਂ ਨੂੰ ਹੀ ਜਾਏਗਾ, ਨਰਕ ਨਾ ਬਾਂਚਿਆ ਜਾਈ। ਤੋ ਕਵੀ ਜੀ ਕਹਿ ਰਹੇ ਹਨ, ਸੁਨ ਕਰ ਕਾਂਸ਼ੀ ਮਹਿ ਗੁਰ ਆਏ। ਸੁਣ ਕਰਕੇ ਸੰਗਤਾਂ ਸਿੱਖ ਕਿ ਸਤਿਗੁਰੂ ਮਹਾਰਾਜ ਕਾਂਸੀ ਦੇ ਵਿੱਚ ਆਏ ਹਨ। ਕੇਤਕ ਦਿਓਸ ਬਸੇ ਮਨ ਭਾਏ। ਕਿੰਨੇ ਕੁ ਦਿਨ ਮਹਾਰਾਜ ਸਾਹਿਬ ਜੀ ਮਨ ਭਾ ਕਰਕੇ ਵਸਣਗੇ, ਵਸੇ ਹਨ। ਸੰਗਤ ਜੌਨਪੁਰੇ ਕੀ ਆਈ। ਜੌਨਪੁਰ ਦਾ ਇੱਕ ਪਿੰਡ ਹੈ ਨੇੜੇ ਦਾ, ਇੱਥੋਂ ਦੀ ਸੰਗਤ ਵੀ ਸੁਣ ਕੇ ਆਈ ਹੈ। ਅਪਰ ਜੇ ਗਾਮ ਨਗਰ ਗਿਰਦਾਈ। ਹੋਰ ਵੀ ਨੇੜੇ ਨੇੜੇ ਦੇ ਗ੍ਰਾਮ, ਛੋਟੇ ਵੱਡੇ ਨਗਰਾਂ ਵਾਲੇ ਸੁਣ ਕੇ ਆਏ ਹਨ ਸਿੱਖ। ਸੁਨ ਸਤਿਗੁਰ ਕੋ ਤਹ ਆਗਮਨੂ। ਸਤਿਗੁਰਾਂ ਦਾ ਆਗਮਨ ਹੋਣਾ, ਆਉਣਾ ਸੁਣ ਕਰਕੇ ਸਭ ਪ੍ਰੇਮ ਧਰੇ ਆਏ ਤਜ ਭਵਨੂ। ਘਰਾਂ ਨੂੰ ਛੱਡ ਕੇ, ਭੱਜ ਭੱਜ ਕੇ, ਕਾਹਲੀ ਕਰਕੇ, ਬੜਾ ਭਾਰੀ ਪ੍ਰੇਮ ਧਾਰਨ ਕਰਕੇ ਸਭ ਸੰਗਤਾਂ ਜਿਹੜੀਆਂ ਆਈਆਂ ਹਨ। ਅਨਕ ਅਕੂਰਨ ਕੋ ਅਰਪੰਤੇ। ਪ੍ਰੇਮ ਧਾਰ ਕੇ ਅਨੇਕਾਂ ਭੇਟਾਵਾਂ ਲਿਆ ਕਰਕੇ ਸਤਿਗੁਰਾਂ ਨੂੰ ਅਰਪਣ ਕਰਦੇ ਨੇ, ਕਿਉਂਕਿ ਭਗਤ ਕਹਾਂ ਬਿਨ ਪ੍ਰੇਮ ਕੇ ਪੱਗ ਪੰਕਜ ਮਾਹੂ। ਬਿਨ ਜਹਾਜ਼ ਤਰਬੋ ਕਹਾਂ ਭਵ ਸਾਗਰ ਜਾਹੂ। ਜਹਾਜ਼ ਤੋਂ ਬਿਨਾਂ ਸਮੁੰਦਰ ਕਿਵੇਂ ਤਰਿਆ ਜਾਵੇਗਾ? ਤੇ ਜਿਸ ਭਗਤੀ ਵਿੱਚ ਪ੍ਰੇਮ ਹੀ ਨਹੀਂ, ਉਹ ਭਗਤੀ ਕਾਹਦੀ ਹੈ? ਅੱਜ ਉਹਨਾਂ ਮਹਾਨ ਸ਼ਹੀਦਾਂ ਦਾ ਦਿਹਾੜਾ ਹੈ ਨਾ, ਜੋ ਨਨਕਾਣਾ ਸਾਹਿਬ ਦੇ ਸ਼ਹੀਦ ਤੇ ਜੈਤੋ ਦੇ ਮੋਰਚੇ ਦੇ ਸ਼ਹੀਦ। ਜਿਉ ਸਮੱਪੋ ਆਪਣਾ ਤਨ ਮਨ ਆਗੈ ਦਿਓ। ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਪੀਐ। ਵਿਚਹੁ ਆਪ ਜਾਏ। ਤਾਨੋ ਮਹਾਨ ਪ੍ਰੇਮੀ ਗੁਰੂ ਕੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ। ਵੇਖੀ ਸਿੰਘਾ ਮਾਣ ਨਾ ਕਰ ਲਈ, ਔਖੀ ਸਿੱਖੀ ਨਿਭਾਈ ਦੀ। ਸਿਰ ਦੇ ਕੇ ਜੇ ਪਿਆਰਾ ਮਿਲ ਜੇ, ਤਾਂ ਇਹ ਝਾਤੀ ਪਾਈ ਦੀ। ਪ੍ਰੇਮ ਰੰਗ ਵਿੱਚ ਰੱਤੇ ਰਹਿਣਾ, ਸੁਰਤੀ ਇਵੇਂ ਟਿਕਾਈ ਦੀ। ਹਰੀ ਸਿੰਘਾ ਤੂੰ ਕੀਹਦੇ ਚੇਤੇ, ਔਖੀ ਸਿੱਖੀ ਨਿਭਾਈ ਦੀ। ਸਿੱਖੀ ਕੇਵਲ ਕਹਿਣ ਮਾਤਰ ਹੀ ਨਹੀਂ, ਸਿਰ ਦੇ ਕੇ ਸਿੱਖੀ ਪ੍ਰਾਪਤ ਹੁੰਦੀ ਹੈ। ਤੇ ਜਦੋਂ ਗੁਰੂ ਸਿਰ ਮੰਗਦਾ, ਫਿਰ ਗੁਰੂ ਦਾ ਸਿੱਖ ਪਿੱਛੇ ਨੂੰ ਨਹੀਂ ਭੱਜਦਾ। ਇਹ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਕੇਰ ਸਿੰਘ ਜਰਗ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਇਸ ਸਥਾਨ 'ਤੇ ਮੁਲਾਜ਼ਮ ਹੋ ਕੇ ਸੇਵਾ ਕੀਤੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜਰਗ ਦੇ ਰਹਿਣ ਵਾਲੇ ਭਾਈ ਕੇਹਰ ਸਿੰਘ ਐਡੇ ਸੂਰਬੀਰ ਬਹਾਦਰ ਕਿ ਬਿਨਾਂ ਸ਼ਸਤਰਾਂ ਤੋਂ ਹੱਥ ਦੇ ਨਾਲ ਜਬਾੜਾ ਪਾੜ ਦਿੱਤਾ ਸੀ ਸ਼ੇਰ ਦਾ। ਉਹਨਾਂ ਦਾ ਪੁੱਤਰ ਦਰਬਾਰਾ ਸਿੰਘ 9 ਸਾਲ ਦਾ ਰਹਿਣ ਵਾਲਾ, ਮੰਗਲ ਸਿੰਘ 11 ਸਾਲ ਦਾ, ਭਾਈ ਲਛਮਣ ਸਿੰਘ ਧਾਰੋਵਾਲੀ ਦਾ ਪੁੱਤਰ, ਟਹਿਲ ਸਿੰਘ, ਵਰਿਆਮ ਸਿੰਘ ਧੂੜਕੋਟ, ਦਲੀਪ ਸਿੰਘ ਸਾਹਪੁਰ, ਬੇਅੰਤ ਸਿੰਘ ਸਾਧ ਸਿੰਘ, ਕੋਈ ਖੋਜਕੀਪੁਰ ਦਾ, ਕੋਈ ਪੰਡੋਰੀ ਦਾ, ਇੱਧਰ ਆਦਮਪੁਰ ਦੇ ਇਲਾਕੇ ਦੇ ਬਹੁਤ ਸਾਰੇ ਸਿੰਘ ਜਿਹੜੇ ਇਸ ਜਥੇ ਵਿੱਚ ਸ਼ਾਮਲ ਹੋਏ ਸਨ। ਔਰ ਅੱਜ ਦੇ ਦਿਨ ਜਿਨ੍ਹਾਂ ਦੇ ਸਰੀਰ ਛਲਣੀ ਨਰੈਣੂ ਮਹੰਤ ਦੇ ਗੁੰਡਿਆਂ ਨੇ ਤੇ ਮਹੰਤ ਨੇ ਕਰ ਦਿੱਤੇ। ਤੁਸੀਂ ਦੇਖੋ, ਮਹੰਤ ਜਿਹੜਾ ਲਫ਼ਜ਼ ਹੈ, ਬੜਾ ਸਤਿਕਾਰਯੋਗ ਇੱਕ ਲਫ਼ਜ਼ ਹੈ। ਮਹੰਤ, ਮਹਾਂ ਤੱਤ ਦਾ ਅੰਤ ਜਾਣਨ ਵਾਲੇ, ਧਰਮ ਦੇ ਗ੍ਰੰਥਾਂ ਦਾ ਅੰਤ ਜਾਣਨ ਵਾਲੇ, ਸਿਧਾਂਤ ਤੱਤ ਨੂੰ ਜਾਣਨ ਵਾਲੇ ਮਹੰਤ। ਤੇ ਇਹਨਾਂ ਮਹੰਤਾਂ ਬਾਰੇ ਆਪਾਂ ਕੀ ਕਹਾਂਗੇ? ਇਹ ਕਿਹੋ ਜਿਹੇ ਮਹੰਤ? ਇਹ ਮਹੰਤ ਜਿਹੜਾ ਲਫ਼ਜ਼ ਹੈ ਨਾ, ਵੈਸੇ ਅੰਗਰੇਜ਼ਾਂ ਨੇ ਇਹ ਮਹੰਤ ਲਫ਼ਜ਼ ਸਿੱਖਾਂ ਵਾਸਤੇ ਵਰਤਿਆ, ਜਿਹੜੇ ਪੁਜਾਰੀ ਬਿਠਾਏ। ਪਹਿਲਾਂ ਤਾਂ ਇਹ ਪੁਜਾਰੀ ਕਹੇ ਜਾਂਦੇ ਸਨ। ਮਹਾਰਾਜ ਦੇ ਸਮੇਂ ਤੋਂ ਗੁਰੂ ਅਸਥਾਨਾਂ 'ਤੇ ਜਿਸ ਨੂੰ ਸੇਵਾ ਦਿੱਤੀ ਜਾਂਦੀ, ਪੁਜਾਰੀ ਕਿਹਾ ਜਾਂਦਾ ਸੀ। ਗੁਰੂ ਕੇ ਪੁਜਾਰੀ, ਪੂਜਾ ਕਰਨ ਵਾਲੇ। ਅੱਜ ਵੀ ਹਜ਼ੂਰ ਸਾਹਿਬ ਇਹ ਮੁੱਖ ਪੁਜਾਰੀ ਹੈ ਜੀ, ਗੁਰੂ ਕੇ ਤਖਤ ਦਾ ਮੁੱਖ ਪੁਜਾਰੀ ਹੈ, ਇਸ ਤਰ੍ਹਾਂ ਕਿਹਾ ਜਾਂਦਾ ਹੈ। ਇਹ ਸਾਬਕਾ ਪੁਜਾਰੀ ਤੋਂ ਪਹਿਲਾਂ ਪੁਜਾਰੀ, ਇਹ ਰਹਿਤਨਾਮਿਆਂ ਵਿੱਚ ਵੀ ਬਚਨ ਆਉਂਦੇ ਨੇ,
ਜੇ ਕੋ ਸਿੱਖ ਪੁਜਾਰੀ ਅਹੈ, ਸੋ ਪੂਜਾ ਵੀ ਬਹੁਤ ਨਾ ਗਹਿ। ਜੇ ਕੋਈ ਗੁਰੂ ਕਾ ਸਿੱਖ ਪੁਜਾਰੀ ਬਣਦਾ ਹੈ ਗੁਰੂ ਘਰ ਦਾ, ਉਹ ਬਹੁਤੀ ਪੂਜਾ ਨਾ ਲਵੇ। ਜਿਤੀ ਨਿਰਵਾਹ ਹੋਏ ਆਵੇ, ਜਿਤਨੇ ਦੇ ਨਾਲ ਨਿਰਵਾਹ ਘਰ ਦਾ ਚੱਲੇ, ਘਰ ਦਾ ਖਰਚਾ ਚੱਲੇ, ਕੁੱਲੀ ਗੁੱਲੀ ਜੁੱਲੀ, ਜਿਹਦੇ ਨਾਲ ਘਰ ਦਾ ਗੁਜ਼ਾਰਾ ਚੱਲੇ, ਉਤਨੀ ਹੀ ਆਪਣੀ ਨਿਰਵਾਹ ਜਿਹੜੀ ਹੈ, ਵਿੱਤ ਹੈ, ਉਹਨੂੰ ਪ੍ਰਾਪਤ ਕਰੇ। ਅਧਿਕ ਹੋਏ ਤਾਂ ਜਹ ਕਹਿ ਦੇਵੈ, ਜੇ ਬਹੁਤੀ ਹੋਵੇ ਤਾਂ ਧਰਮ ਦੇ ਪ੍ਰਚਾਰ ਵਾਸਤੇ, ਧਰਮ ਦੇ ਪ੍ਰਸਾਰ ਵਾਸਤੇ, ਇਮਾਰਤਾਂ ਦੇ ਵਾਸਤੇ, ਲੰਗਰਾਂ ਦੇ ਵਾਸਤੇ, ਗੁਰੂ ਕੀਆਂ ਸੰਗਤਾਂ ਦੇ ਵਾਸਤੇ ਉਸ ਧਨ ਨੂੰ ਲਾਵੇ, ਆਪਣੇ ਘਰ ਵਾਸਤੇ ਜਾਂ ਆਪਣੇ ਹਿੱਤਾਂ ਵਾਸਤੇ ਨਾ ਲਾਵੇ। ਇਹ ਰਹਿਤਨਾਮਿਆਂ ਦੇ ਬਚਨ ਨੇ। ਪਰ ਇਹ ਨਰੈਣੂ ਮਹੰਤ, ਕਿਉਂਕਿ ਨਨਕਾਣਾ ਸਾਹਿਬ ਦੀ ਜਿਹੜੀ ਆਮਦਨ ਸੀ ਉਹ ਬਹੁਤ ਜ਼ਿਆਦਾ ਸੀ, ਪਹਿਲਾਂ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵਾਰ ਦਰਸ਼ਨ ਕਰਨ ਵਾਸਤੇ ਗਏ, ਬੜੀ ਖਸਤਾ ਹਾਲਤ ਹੋਈ ਸੀ ਅਸਥਾਨ ਦੀ। ਗਿਆਨੀ ਸਾਹਿਬ ਸਿੰਘ ਹੈੱਡ ਗ੍ਰੰਥੀ ਸਨ ਉਸ ਵੇਲੇ। ਪੁੱਛਿਆ ਕਿ ਗਿਆਨੀ ਜੀ ਕੀ ਕਾਰਨ ਹੈ? ਇਹ ਸੀਮਟ ਝੜ ਰਿਹਾ ਸਾਰਾ ਮਹਾਰਾਜ ਦੇ ਪਾਵਨ ਅਸਥਾਨ ਦਾ, ਮੇਰੇ ਗੁਰੂ ਨਾਨਕ ਸਾਹਿਬ ਜੀ ਦਾ, ਇੰਨੀ ਹਾਲਤ ਖਰਾਬ ਹੋਈ ਪਈ, ਕਾਰਨ? ਕਹਿੰਦੇ ਜੀ ਇੱਥੇ ਸੰਗਤ ਬਹੁਤੀ ਨਹੀਂ ਆਉਂਦੀ, ਆਮਦਨ ਘੱਟ ਹੈ। ਕਹਿੰਦੇ ਅੱਛਾ, ਆ ਮੇਰਾ ਘੋੜਾ ਲੈ, ਸ਼ਾਮ ਤੱਕ ਜਿੱਥੋਂ ਤੱਕ ਘੋੜਾ ਫੇਰ ਲਵੇਂਗਾ ਨਾ, ਉੱਥੇ ਤੱਕ ਦਾ ਇਲਾਕਾ ਗੁਰੂ ਨਾਨਕ ਸਾਹਿਬ ਦੇ ਅਸਥਾਨ 'ਤੇ ਲੱਗ ਜਾਵੇਗਾ। ਉਹ ਜਿੱਥੋਂ ਤੱਕ ਘੋੜਾ ਫੇਰਿਆ ਸਾਧ ਸੰਗਤ ਜੀ, ਉਹ ਸਾਰੀ ਜਗੀਰ ਮਰੱਬਿਆਂ ਦੇ ਹਿਸਾਬ ਦੇ ਨਾਲ ਨਨਕਾਣਾ ਸਾਹਿਬ ਦੇ ਅਸਥਾਨ ਨੂੰ ਲਾਈ ਸੀ ਮਹਾਰਾਜਾ ਰਣਜੀਤ ਸਿੰਘ ਨੇ। ਗੁਰੂ ਕੇ ਬਾਗ ਨੂੰ ਇਹ ਵੱਡੀਆਂ ਵੱਡੀਆਂ ਜਗੀਰਾਂ ਲਾਈਆਂ, ਜੈਤੋ ਵਾਲੇ ਅਸਥਾਨ। ਇਸੇ ਕਰਕੇ ਮਹੰਤ ਫਿੱਟ ਗਏ ਸਨ। ਇਹ ਆਮਦਨ ਗੁਰੂ ਘਰ ਦੀ, ਇਹ ਦੌਲਤ ਖਾ ਕੇ ਇਹਨਾਂ ਦੀ ਮੱਤ ਮਾਰੀ ਗਈ ਸਾਧ ਸੰਗਤ ਜੀ। ਇਹ ਪਹੁੰਚਾਉਣੀ ਬੜੀ ਔਖੀ ਹੈ। ਤਾਂ ਹੀ ਕਿਹਾ ਰਹਿਤਨਾਮਿਆਂ 'ਚ ਕਿ ਉਤਨੀ ਕਿ ਜਿਤਨੀ ਨਾਲ ਨਿਰਵਾਹ ਹੋ ਜਾਵੇ। ਭਾਈ ਗੁਰਦਾਸ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ ਨੇ। ਭਾਈ ਸਾਹਿਬ ਕਹਿੰਦੇ, ਜਿਉਂ ਮਰਜ਼ਾਦਾ ਹਿੰਦੂਆਂ ਗਊ ਮਾਸ ਅਖਾਜ, ਜਿਵੇਂ ਹਿੰਦੂਆਂ ਦੇ ਵਾਸਤੇ ਗਊ ਦਾ ਮਾਸ ਖਾਣਾ ਹਰਾਮ ਹੈ, ਮੁਸਲਮਾਨਾਂ ਸੂਰੋਂ ਸੁਗੰਧ ਵਿਆਜ, ਮੁਸਲਮਾਨਾਂ ਦੇ ਵਾਸਤੇ ਸੂਰ ਦਾ ਮਾਸ ਖਾਣਾ ਤੇ ਵਿਆਜ ਖਾਣਾ ਹਰਾਮ ਹੈ। ਸਹੁਰਾ ਘਰ ਜਵਾਈ ਹੈ ਪਾਣੀ ਮਦਰਾਜ, ਸਹੁਰੇ ਵਾਸਤੇ ਜਵਾਈ ਦੇ ਘਰ ਦਾ ਪਾਣੀ ਪੀਣਾ ਵੀ ਸ਼ਰਾਬ ਦੇ ਬਰਾਬਰ ਹੈ। ਪੁਰਾਤਨ ਧੀਆਂ ਦੇ ਘਰ ਦਾ ਪਾਣੀ ਤੱਕ ਵੀ ਨਹੀਂ ਸੀ ਪੀਆ ਕਰਦੇ, ਰੋਟੀ ਖਾਣੀ ਤਾਂ ਬੜੀ ਦੂਰ ਦੀ ਗੱਲ। ਅੱਜ ਤਾਂ ਧੀਆਂ ਦਾ ਪੈਸਾ ਵੀ ਖਾਣ ਲੱਗ ਪਏ ਨੇ। ਧੀ ਭੈਣ ਕਾ ਪੈਸਾ ਖਾਏ, ਗੋਬਿੰਦ ਸਿੰਘ ਜੰਮ ਧੱਕੇ ਲਾਏ। ਨੌਕਰੀਆਂ ਤੇ ਲਵਾ ਕੇ ਧੀਆਂ ਦਾ ਪੈਸਾ ਖਾਣਾ ਨਹੀਂ ਚਾਹੀਦਾ, ਜਮ੍ਹਾਂ ਕਰਕੇ ਰੱਖ ਲਓ ਤੇ ਜਦੋਂ ਉਹਨਾਂ ਦਾ ਵਿਆਹ ਹੋਵੇ ਨਾਲ ਹੀ ਦੇ ਦਿਓ। ਤੋ ਸਹੁਰੇ ਘਰ ਦਾ ਸੱਸ ਜਾਂ ਸਹੁਰਾ ਜਵਾਈ ਦੇ ਘਰ ਦਾ ਪਾਣੀ ਤੱਕ ਵੀ ਨਹੀਂ ਸੀ ਪੀਆ ਕਰਦੇ। ਭਾਈ ਗੁਰਦਾਸ ਸਾਹਿਬ ਗਵਾਹੀ ਪਾ ਰਹੇ ਨੇ, ਇਹ ਹਰਾਮ ਹੈ। ਕਹਿੰਦੇ ਸਹੁਰਾ ਘਰ ਜਵਾਈ ਹੈ ਪਾਣੀ ਮਦਰਾਜ, ਪਾਣੀ ਮਦਰਾ ਹੈ, ਸ਼ਰਾਬ ਬਰਾਬਰ ਹੈ। ਤਿਉਂ ਧਰਮਸਾਲ ਦੀ ਝਾਕ ਹੈ ਵਿਉ ਖੰਡੂ ਪਾਜ। ਜਿਹੜੇ ਗੁਰਦੁਆਰੇ ਦੀ ਝਾਕ ਰੱਖਦੇ ਨਾ, ਗੁਰਦੁਆਰੇ ਦੀ ਮਾਇਆ ਦੀ ਗੋਲਕ ਦੀ, ਇਹ ਜ਼ਹਿਰ ਦੇ ਲੱਡੂ ਨੇ, ਉੱਪਰ ਖੰਡ ਧੂੜੀ ਹੋਈ, ਅੰਦਰ ਜ਼ਹਿਰ ਹੈ। ਕਹਿੰਦੇ ਵਿਉ ਖੰਡੂ ਪਾਜ, ਦਿਲ ਪਾੜ ਕੇ ਰੱਖ ਦੇਵੇਗਾ ਇਹ ਲੱਡੂ ਜਿਹੜਾ ਹੈ, ਸਾਰੀ ਕੁੱਲ ਬਰਬਾਦ ਕਰ ਦੇਵੇਗਾ। ਹੋਈ ਕਿ ਨਹੀਂ ਨਰੈਣੂ ਮਹੰਤ ਸੁੰਦਰਦਾਸ ਵਰਗਿਆਂ ਦੇ ਨਾਲ। ਕਈ ਵਾਰ ਮੈਂ ਸੋਚਦਾ ਹੁੰਨਾ, ਜਿਹਦਾ ਨਾਮ ਹੀ ਨਰੈਣੂ ਦਾਸ ਹੈ, ਸੁੰਦਰ ਦਾਸ ਹੈ, ਉਹ ਕੀ ਅੰਮ੍ਰਿਤ ਸੰਚਾਰ ਕਰਾਉਣਗੇ? ਜਿਹੜੇ ਆਪ ਹੀ ਨੇ ਸਿੰਘ ਬਣ ਸਕੇ, ਉਹਨਾਂ ਨੇ ਕੀ ਧਰਮ ਦਾ ਪ੍ਰਚਾਰ ਕਰਨਾ ਸੀ? ਜਿਹੜੇ ਆਪ ਮੱਸੇ ਰੰਗੜ ਹੋ ਕੇ ਧਰਮ ਦੇ ਅਸਥਾਨਾਂ ਤੇ ਬਹਿ ਗਏ, ਉਹ ਧਰਮ ਦਾ ਪ੍ਰਚਾਰ ਕੀ ਕਰਨਗੇ ਭਾਈ? ਇਹ ਮੱਸੇ ਰੰਗੜ ਨਾਲੋਂ ਘੱਟ ਸਨ ਇਹ ਲੋਕ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਧਰਮ, ਸਭ ਤੋਂ ਪ੍ਰਮੁੱਖ ਸਥਾਨ ਨਨਕਾਣਾ ਸਾਹਿਬ ਹੈ, ਉੱਥੇ ਇਹਨਾਂ ਨੇ ਗੰਦੇ ਗਾਣੇ ਗਵਾਏ, ਨਚਾਰਾਂ ਨੂੰ ਲਾਇਆ,
शराबां चलाइयां, मास रिन्ने मुरदार खाधे, भंगड़े पाए। दसो ये एक धर्म का स्थान है कि की बना दिता इन्हां लोकां ने। एक चिट्टे चोले दी आड़ हेठ इन्हां लोकां ने एडे पाप कमाए। काले चोले ते जिन्ने मर्जी कोले कोई मली जावे पता नहीं लगता। जिहड़ा चिट्टा चोला है ना साधुआं दा, भेख महंतां दा, गुरसिखां दा, खालसे दा, ये चिट्टा चोला है, बड़ा बचा के रखना पैंदा है। पर इन्हां ने तां दागो दागी कर दिता है ना। एक महंत लफज नूं, संत लफज नूं गुच्छा होए तरकोनिया कि वह बुढ़िया दख है, तरकोने कदे अंगूर नहीं बन सकते, वो कौड़े ही रहणगे। गहने ज्यों जरपोसदे न सोइन सख है, अक्कै केरी खखड़ी कोई अंब ना आखै। अक दी खखड़ी कदे अंब मिठा नहीं बन सकती, वो कौड़ी जहर ही रहेगी। त्यों साध असाध परखियन करतूत सपाखै। पखंडियां नूं, नकलियां नूं चोला भी पवा दिओ साधुआं वाला, उन्होंने चोर ही रहना है, उन्होंने बदमाश ही रहना, वो कदे संत नहीं बन सकणगे। ये भाई गुरदास साहब जी कह रहे हैं। उन्हां दीआं करतूतां ओहो जिहियां ही रहणीआं ने, भावें चिट्टे चोले भी उन्हां नूं पवा दिओ। मुंडिਆਂ दी खसलत ना गईया, अंधा विछड़ चोटां खाए। ये काम इन्हां ने मस्से रंगड़ वाले साध संगत जी धर्म के अस्थानां ते कीते। तो वो सुनाउण तो भरे ने। जिवें सिंधी अफसर दी लड़की 13 साल दी दीवा लैण गई, इस पापी दे कमरे चों उहदे नाल जबर जनाह कीता। फिर बीबियां जड़ियां पूर्णमासी ते गुरु नानक साहब जी दे दर्शन करन वास्ते आईयां, उन्हां दे नाल कुकर्म कीते। तो की नहीं इन्हां पापियां ने इन्हां स्थानां ते कीता। अखीर फिर जो फैसला होया इन्हां नूं कड्ढण दा, जथे चले साध संगत जी। ते अज दे दिहाड़े ये सैकड़ियां की गिणती विच जिहड़ा जथा भाई लक्ष्मण सिंह धारोवाली ते भाई टहल सिंह वर्गियां की कमांड हेठ, भाई वरियाम सिंह धूड़कोट वर्गे, केर सिंह वर्गे, तो इन्हां नूं अंदर गुरमुखों गोलियां दे नाल, गंडासियां दे नाल, टकूआं दे नाल, जो भी हथियार सन, क्योंकि 100 तां पठान इकट्ठे कीते सन इन्हें, गुंडे 100 पठान, कुल मिला के 500 बदमाश कोल रखे सन, जिन्होंने हथियार खरीद के दिते हुए सन। तो टुकड़े टुकड़े कर दिते गए इन्हां प्रेमियां दे। छलनी छलनी शरीर करके कईयां नूं जंड दे नाल जिउंदियां भी साड़ दिता बन के। भाई लक्ष्मण सिंह जी वर्गियां नूं उहदा पुत्र जिहड़ा सी उहनूं तो 6 टोकरे खोपड़ियां दे ते 4 टोकरे मास दियां बोटियां दे, जिहड़े संगतां ने बाद विच इकट्ठे कीते सन इन्हां शहीदां दे। इन्नी महान कुर्बानी देण तो बाद फिर ननकाना साहिब दियां चाबियां मिलियां। इन्नियां वड्डियां शहादतां देण तो बाद ते जे भाई पहलां ही इहो जिहे बंदिआं नूं आपां ना बिठाईए ते चंगी गल नहीं। ये अज दा दिहाड़ा सानूं सिੱਖਿਆ दे रहा है कि अपने नगरां शहरां दे विच जिहड़े भी आपां प्रधान जां सैकटरी बनाउणे ने वो चढ़दी कला वाले बनाया करिए, लाहण पीण वाले ना बनाया करिए। जिहड़े रात नूं टिंड लाहण पीण ते मुरदार खान, वो की सवारनगे? जिन्हां ने आप अमृत नहीं छकिया नगोरे ने, वो की अमृत का प्रचार करनगे भाई, की प्रसार करनगे सिੱਖੀ दा? जीवन वाले उच्चे सुच्चे गुरसिख अपने नगरां दे विच प्रबंधक बनाया करिए, नहीं तो इहो ही हाल हुंदे रहणगे जो नरैणू ने कीते ने। ये सिੱਖਿਆ दे रहा अज दा दिहाड़ा। तो महाराज कृपा करन, वो प्रेम उन्हां गुरसिखां वाला जो आशिक हैं शहादत के, वो जीना छोड़ देते हैं, वो पीछे नहीं मुड़ते। पतंगे लाइट दीवे नूं वेख के पिछे नहीं भजदे कदे वास्ते। तो जो आशिक हैं शहादत के, वो जीना छोड़ देते हैं।
ना ताजो ना तख्त ना हूरों की ज़रूरत है, जे खुदा खुदाई भी दे उसे भी मोड़ देते हैं। वो कहते शहीदी चाहिए है, होर कुछ नहीं चाहिए। यो महान शहीद सूरा सो पहचानी है, जो लरै दीन के हेत, पुरजा पुरजा कट मरै, कबहू ना छाड़ै खेत। तो मेरी प्रीत गोबिंद स्यों जिन कटै, जो तन चीरों अंग न मोड़ो, पिंड पढ़ो तो प्रीत ना तोड़ो। साची प्रीत हम तुम स्यों जोरी, तुम स्यों जोर अबर संग तोरी। घर कह के गए सन कि जे असी वापस ना आए, भाई टहल सिंह ने भाई धारोवाली की ਸਿੰਘਣੀ ਨੂੰ 18 रुपए दे के कहा, साडा अखंड पाठ साहिब करवा दिओ। आखो सतनाम श्री वाहिगुरू। क्योंकि पता सी कि गुरु साहिब के स्थान की मान मर्यादा कायम करन वास्ते सिर देने पैने ने, एवें नहीं होवेगी। तो कोटान कोट रोमान रोम उन्हां शहीदां नूं नमस्कार है। हाथ जोड़ कर नमो करंते, हथ जोड़ करके संगतां महाराज जी नूं भेटा रख रख के नमस्कारां करदियां हन। पग पंकज की रज को लैके, महाराज साहिब जी दे चरना कमलां दी धूड़ हथ विच लै के, सिर मुख पर फेरै हित को कह के। बड़ा प्रेम कर करके संगतां अपने मत्थे ते धूड़ लाउंदियां हजूर दी, और सिर दे उपर इस तरह उपर दी वारदियां हन। जन्म लाभ सिखन सब लीना, अपना जन्म लैण दा जिहड़ा लाहा है ना, भजो गोबिंद भूल मत जाहो, मानस जन्म का यही लाहो, इन्हां गुरसिख संगतां ने लै लिया। धर धर प्रेम दर्श गुर कीना, बड़ा प्रेम धारण कर करके हुलास वधा वधा के सतगुरां दा दीदार कीता है। एक भाई गुर बख्श हुलासी, एक बड़ा आनंद विच रहन वाला प्रेमी भाई गुरबख्श होया है। संगत संग जवनपुर वासी, जेड़ा जमनपुर दी संगत दे नाल रहन वाला है। प्रेमी महाभजन को करता, ਇਹ ਬੜਾ ਗੁਰੂ ਘਰ ਦਾ ਵੱਡਾ ਪ੍ਰੇਮੀ ਤੇ ਹਰ ਵੇਲੇ ਭਜਨ ਸਿਮਰਨ ਕਰਦਾ ਰਹਿੰਦਾ ਹੈ। ਹਿਰਦੈ ਧਿਆਨ ਸਤਿਗੁਰ ਕੋ ਧਰਤਾ, ਤੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਸਰੂਪ ਦਾ ਧਿਆਨ ਹਿਰਦੇ ਵਿੱਚ ਧਾਰ ਕੇ ਬਾਣੀ ਪੜ੍ਹਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਤੀਰ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਕਰਿਓ ਭਜਨ ਤਿਨ ਧੁਨ ਗੰਭੀਰ। ਮਹਾਰਾਜ ਦੇ ਕੋਲ ਆਇਆ, ਬੜੇ ਪ੍ਰੇਮ ਚ ਭਿੱਜ ਕੇ ਗੰਭੀਰ ਮਿੱਠੀ ਧੁਨੀ ਵਿੱਚ ਨੇ ਭਜਨ ਕੀਰਤਨ ਕੀਤਾ ਹੈ। ਧਰ ਧਰ ਪ੍ਰੇਮ ਮਹਾ ਧੁਨ ਸਾਥ, ਬੜੇ ਪ੍ਰੇਮ ਦੀ ਆਵਾਜ਼ ਦੇ ਵਿੱਚ ਪ੍ਰੇਮ ਵਧਾ ਵਧਾ ਕੇ ਮਿੱਠੀ ਆਵਾਜ਼ ਵਿੱਚ ਕੀਰਤਨ ਕੀਤਾ। ਕਰਹਿ ਸੁਨਾਵਨ ਸਤਿਗੁਰ ਨਾਥ, ਬਾਣੀ ਮਾਲਕ ਸਤਿਗੁਰਾਂ ਨੂੰ ਸੁਣਾ ਰਿਹਾ ਮਿੱਠੀ ਆਵਾਜ਼ ਵਿੱਚ। ਏਕ ਜਾਮ ਲਗ ਕਰਤ ਰਹਿਓ ਹੈ, ਕਹਿੰਦੇ ਇੱਕ ਪਹਿਰ ਤੱਕ 3 ਘੰਟਿਆਂ ਤੱਕ ਥੱਕਿਆ ਨਹੀਂ। ਇਸੇ ਤਰ੍ਹਾਂ ਗੁਰੂ ਕੀ ਕੀਰਤੀ ਬਾਣੀ ਜਪਦਾ ਰਿਹਾ। ਸੁਨ ਗੁਰਦੇਵ ਸੋ ਪ੍ਰੇਮ ਲਹਿਓ ਹੈ, ਸੁਣ ਕਰਕੇ ਗੁਰੂਦੇਵ ਪਾਤਸ਼ਾਹ ਜੀ ਬੜੇ ਪ੍ਰੇਮ ਵਿੱਚ ਆਏ, ਬੜੇ ਪ੍ਰਸੰਨ ਹੋਏ ਇਹਨੂੰ ਪ੍ਰੇਮੀ ਨੂੰ ਤੱਕ ਕੇ। ਕਿਰਪਾ ਨਿਧਾਨ ਪ੍ਰਸੰਨ ਵਿਸਾਲਾ, ਬੜੇ ਪ੍ਰਸੰਨ ਹੋ ਕਰਕੇ ਕਿਰਪਾ ਦੇ ਖਜ਼ਾਨੇ ਮਹਾਰਾਜ ਜੀ ਨੇ ਇਸ ਵਿਦ ਬਰ ਦੀਨਸ ਤਿਸ ਕਾਲਾ। ਇਹਨੂੰ ਇਸ ਤਰ੍ਹਾਂ ਵਰ ਦਿੱਤਾ ਹੈ। ਇਹਦੇ ਘਰ ਵਿੱਚ ਸੰਤਾਨ ਨਹੀਂ ਸੀ ਤੇ ਬਿਨਾਂ ਮੰਗਿਆ ਹੀ ਮਹਾਰਾਜ ਜੀ ਨੇ ਵਰ ਦੇ ਦਿੱਤਾ। ਸੁਨ ਭਾਈ ਗੁਰਬਖਸ਼ ਨਿਹਾਲ, ਮਹਾਰਾਜ ਕਹਿੰਦੇ ਹੇ ਭਾਈ ਗੁਰਬਖਸ਼, ਸੁਣ ਭਾਈ ਤੂੰ ਨਿਹਾਲ ਹੋ ਗਿਆ, ਨਿਹਾਲ ਹੋ ਗਿਆ। ਗੁਰੂ ਨਾਨਕ ਜਿਨ ਕੋ ਭਏ ਦਇਆਲਾ, ਸੋ ਜਨ ਹੋਵਾ ਸਦਾ ਨਿਹਾਲਾ। ਨਹੀਂ ਫਸੈ ਨਿਸ਼ਠੁਰ ਜਮਜਾਲ, ਜਮਾਂ ਦੇ ਫਾਹੇ ਵਿੱਚ ਜਿਹੜਾ ਸਖਤ ਜਮਾਂ ਦਾ ਫਾਹਾ ਹੈ ਨਾ, ਇਹਦੇ ਵਿੱਚ ਨਹੀਂ ਫਸੇਗਾ, ਨਹੀਂ ਜਨਮ ਮਰਨ ਦੇ ਗੇੜੇ ਵਿੱਚ ਪਵੇਂਗਾ। ਤੁਬ ਘਰ ਪੁੱਤਰ ਹੋਏ ਹੈ ਜੋਈ, ਤੇਰੇ ਘਰ ਵਿੱਚ ਜਿਹੜੇ ਪੁੱਤਰ ਹੋਣਗੇ, ਤੇਰੀ ਜਿਹੜੀ ਸੰਤਾਨ ਹੋਵੇਗੀ। ਕੀਰਤਨ ਕਰਹਿ ਭਜਨ ਕੋ ਸੋਈ, ਵੇਖੋ ਦੋਵੇਂ ਹੀ ਵਰ ਦੇ ਦਿੱਤੇ। ਤੇਰੇ ਘਰ ਵਿੱਚ ਪੁੱਤਰ ਹੋਣਗੇ, ਉਹ ਵੀ ਤੇਰੇ ਵਾਂਗ ਕੀਰਤਨ ਭਜਨ ਕਰਿਆ ਕਰਨਗੇ। ਤੋਹੇ ਵੰਸ ਤੇ ਕੀਰਤਨ ਕਥਾ, ਤੇਰੀ ਜਿਹੜੀ ਸੰਤਾਨ ਹੋਵੇਗੀ ਨਾ, ਤੇਰੇ ਪੁੱਤਰ ਹੋਣਗੇ, ਉਹਨਾਂ ਦੇ ਕੋਲੋਂ ਕੀਰਤਨ ਤੇ ਕਥਾ ਦੋਵੇਂ ਹੀ ਦਾਤਾਂ ਹੋਣਗੀਆਂ।
ਸੁਨਹਿ ਪ੍ਰੇਮ ਤਰ ਸੰਗਤ ਜਥਾ। ਤੇ ਜਿਹੜੀ ਇਲਾਕੇ ਦੀ ਸੰਗਤ ਹੈ ਨਾ, ਸੱਦ ਸੱਦ ਕੇ ਤੇਰੇ ਪੁੱਤਰਾਂ ਨੂੰ ਕੀਰਤਨ ਸੁਣਿਆ ਕਰੇਗੀ, ਕਥਾ ਸੁਣਿਆ ਕਰੇਗੀ। ਪੁਨ ਸਭ ਸੰਗਤ ਪਗ ਲਪਟਾਈ। ਫਿਰ ਬਾਕੀ ਦੀ ਸੰਗਤ ਵੀ ਜਿਹੜੀ ਸੀ ਮਹਾਰਾਜ ਜੀ ਦੇ ਚਰਨਾਂ ਤੇ ਲਪਟੀ ਹੈ। ਖੁਸ਼ੀ ਕਰੀ ਸਤਿਗੁਰ ਸਭ ਤਾਈ। ਮਹਾਰਾਜ ਨੇ ਸਾਰਿਆਂ ਤੇ ਬੜੀ ਪ੍ਰਸੰਨਤਾ ਕੀਤੀ ਹੈ। ਤਿਨ ਕੇ ਮਸਤਕ ਪਰ ਕਰ ਧਰੇ। ਮਹਾਰਾਜ ਜੀ ਨੇ ਆਪਣੇ ਪ੍ਰੇਮੀਆਂ ਦਾ ਪ੍ਰੇਮ ਵੇਖ ਕਰਕੇ ਉਹਨਾਂ ਦੇ ਮੱਥੇ ਤੇ ਹੱਥ ਰੱਖੇ ਨੇ। ਕਰ ਮਸਤਕ ਹੱਥ ਧਰ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਹਰਖ ਮਹਾ ਸਿੱਖਨ ਔਰ ਭਰ ਭਰ। ਬੜਾ ਭਾਰੀ ਆਨੰਦ ਸਿੱਖਾਂ ਨੇ ਮਨ ਵਿੱਚ ਭਰ ਭਰ ਕੇ ਮਹਾਰਾਜ ਜੀ ਨੂੰ ਭੇਟਾਵਾਂ ਰੱਖੀਆਂ। ਮਹਾਰਾਜ ਜੀ ਨੇ ਵੀ ਬੜਾ ਪ੍ਰੇਮ ਕੀਤਾ। ਵਿਦਾ ਭਈ ਗੁਰ ਜਸ ਕੋ ਗਾਵਤ। ਸਤਿਗੁਰਾਂ ਦੇ ਜਸ ਕੀਰਤੀ ਨੂੰ ਕਰਦੀ ਸੰਗਤ ਵਿਦਿਆ ਹੋਈ ਜੌਨਪੁਰ ਦੀ। ਬਰ ਬਹੁ ਲੈ ਲੈ ਔਰ ਉਮਗਾਵਤ। ਸ੍ਰੇਸ਼ਟ ਵਰ ਲੈ ਲੈ ਕੇ ਸਤਿਗੁਰਾਂ ਤੋਂ ਬੜਾ ਮਨ ਵਿੱਚ ਖੇੜਾ ਉਤਸ਼ਾਹ ਵਧਿਆ ਹੈ। ਇਮ ਬਹੁ ਸੰਗਤ ਕਰੀ ਨਿਹਾਲ। ਇਸ ਤਰ੍ਹਾਂ ਨਵੇਂ ਪਾਤਸ਼ਾਹ ਜੀ ਨੇ ਕਾਂਸੀ ਵਿੱਚ ਬੜੀ ਸੰਗਤ ਨੂੰ ਕਿਰਤਾਰਥ ਕੀਤਾ ਹੈ। ਕਿਤਕ ਦੇਉ ਬਸ ਤਹਾਂ ਕਿਰਪਾਲ। ਕਿੰਨੇ ਕੁ ਦਿਨ ਕਿਰਪਾਲੂ ਦਿਆਲੂ ਸਤਿਗੁਰੂ ਮਹਾਰਾਜ ਉੱਥੇ ਰਹੇ ਨੇ। ਆਦ ਜੌਨਪੁਰ ਸੰਗਤ ਜੇਤੀ। ਇਹ ਜੌਨਪੁਰ ਆਦਿਕ ਦੀ ਹੋਰ ਜੋ ਨਗਰਾਂ ਦੀ ਸੰਗਤ ਜਿਤਨੀ ਵੀ ਹੈ। ਭਈ ਵਿਦਾ ਲੈ ਅਵਮਤ ਤੇਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮਨ ਵਾਂਛਤ ਫਲ ਲੈ ਕਰਕੇ ਵਿਦਿਆ ਹੋਈ ਹੈ। ਪੁਨ ਸ੍ਰੀ ਸਤਿਗੁਰ ਕੂਚ ਕਰਿਓ ਹੈ। ਫਿਰ ਇੱਥੋਂ ਮਹਾਰਾਜ ਜੀ ਨੇ ਅੱਗੇ ਆਪਣਾ ਡੇਰਾ ਕੂਚ ਕੀਤਾ ਹੈ। ਚਲਨ ਮਨੋਰਥ ਅਗਰ ਧਰਿਓ ਹੈ। ਅੱਗੇ ਚੱਲਣ ਦਾ ਮਨ ਵਿੱਚ ਸੰਕਲਪ ਧਾਰਿਆ ਹੈ। ਸਹਿਸ ਰਾਵ ਕੋ ਚਲੇ ਅਗਾਰੀ। ਮਹਾਰਾਜ ਹੁਣ ਸੰਸਰਾਮ ਨਗਰ ਵੱਲ ਚੱਲ ਪਏ ਹਨ। ਤਹ ਇੱਕ ਵਸੈ ਪ੍ਰੇਮ ਧਰ ਭਾਰੀ। ਕਵੀ ਰਾਜ ਜੀ ਕਹਿੰਦੇ ਇਸ ਸੰਸਰਾਮ ਨਗਰ ਦੇ ਵਿੱਚ ਇੱਕ ਭਾਰੀ ਪ੍ਰੇਮੀ ਸਤਿਗੁਰਾਂ ਦਾ ਵਸਦਾ ਹੈ। ਗੁਰ ਕੋ ਸਿੱਖ ਹੋ ਤੋ ਅਬਿਰਾਮ। ਬੜਾ ਸੁੰਦਰ ਗੁਰਸਿੱਖੀ ਨੂੰ ਕਮਾਉਣ ਵਾਲਾ ਗੁਰਸਿੱਖ ਰਹਿੰਦਾ ਹੈ। ਚਾਚਾ ਫੱਗੂ ਤਿਸ ਕੋ ਨਾਮ। ਇਹਨੂੰ ਸਾਰੇ ਚਾਚਾ ਫੱਗੂ ਕਹਿੰਦੇ ਨੇ। ਇਹਦਾ ਨਾਮ ਚਾਚਾ ਫੱਗੂ ਹੈ। ਗੁਰਮੁਖ ਸੋ ਸਤ ਗੁਰ ਕੋ ਪਿਆਰੋ। ਇਹ ਸਤਿਗੁਰਾਂ ਨੂੰ ਬੜਾ ਪਿਆਰਾ ਹੈ ਤੇ ਗੁਰਸਿੱਖੀ ਨੂੰ ਕਮਾਉਣ ਵਾਲਾ ਗੁਰਮੁਖ ਹੈ। ਪ੍ਰਗਟ ਪ੍ਰੇਮ ਤੇ ਪ੍ਰਾਣ ਤਿਨ ਧਾਰੋ। ਇਹਨੇ ਬੜਾ ਭਾਰੀ ਹਿਰਦੇ ਵਿੱਚ ਪ੍ਰੇਮ ਪ੍ਰਗਟ ਕਰਕੇ ਪ੍ਰਾਣ ਧਾਰਿਆ ਹੈ, ਪ੍ਰਤੱਗਿਆ ਧਾਰੀ ਹੈ। ਨਵੋ ਸਦਨ ਆਪਣੋ ਤਿਨ ਵਾਯੋ। ਇਸ ਚਾਚਾ ਫੱਗੂ ਨੇ ਆਪਣਾ ਨਵਾਂ ਘਰ ਸੋਹਣਾ ਸੁੰਦਰ ਵੱਡਾ ਸਾਰਾ ਬਣਵਾਇਆ ਹੈ। ਊਚੋ ਦਵਾਰ ਬਡੋ ਰਖਵਾਇਬ। ਇਹਦੇ ਦਰਬਾਰ ਵੀ ਬੜੇ ਉੱਚੇ ਉੱਚੇ ਵੱਡੇ ਵੱਡੇ ਰਖਵਾਏ ਹਨ। ਅੰਦਰ ਮੰਦਰ ਸੁੰਦਰ ਕੀਨ। ਬਾਹਰ ਦਾ ਦਰਵਾਜ਼ਾ ਬੜਾ ਚੌੜਾ ਤੇ ਉੱਚਾ ਰੱਖਿਆ। ਅੰਦਰ ਮੰਦਰ ਜਿਹੜਾ ਹੈ ਸੋਹਣਾ ਉਹ ਬਣਾਇਆ ਹੈ। ਅਜਰ ਚਾਰ ਚੌਕੋਨ ਨਵੀਨ। ਅਜਰ ਜਿਹੜਾ ਵਿਹੜਾ ਹੈ ਬੜਾ ਸੁੰਦਰ ਹੈ। ਚੌਕੌਨ ਚਾਰ ਕੋਨਿਆਂ ਵਾਲਾ ਸੋਹਣਾ ਸੁੰਦਰ ਹੈ। ਆਛੇ ਦਰ ਤਿਨ ਕੇ ਰਖਵਾਇਬ। ਇਹ ਜਿਹੜਾ ਘਰ ਮੰਦਰ ਬਣਾਇਆ ਇਹਦੇ ਦਰਵਾਜ਼ੇ ਵੀ ਬੜੇ ਸੋਹਣੇ ਰਖਾਏ ਹਨ। ਰਚਵਾਵਹਿ ਸਭ ਆਪ ਬਤਾਏ। ਆਪ ਕਹਿ ਕਹਿ ਕੇ ਕੋਲ ਖੜੇ ਹੋ ਕੇ ਇਸ ਘਰ ਨੂੰ ਜਾਂ ਘਰ ਦੇ ਦਰਵਾਜ਼ਿਆਂ ਨੂੰ ਬਣਵਾਇਆ ਹੈ। ਇੱਕ ਦਿਨ ਸੰਗਤ ਵੀ ਇੱਕ ਠਾਉਰ। ਇੱਕ ਥਾਂ ਤੇ ਇੱਕ ਦਿਨ ਸਾਰੀ ਸੰਗਤ ਇਕੱਠੀ ਹੋਈ। ਹੇਰਿਓ ਸਭਨ ਬਹਿਰ ਕੋ ਪਾਉ। ਸਾਰਿਆਂ ਨੇ ਸਾਰੀ ਸੰਗਤ ਨੇ ਇਹਨੇ ਜਿਹੜਾ ਘਰ ਬਣਵਾਇਆ ਉਹਦਾ ਬਾਹਰ ਵਾਲਾ ਡਿਉਢੀ ਵਾਲਾ ਵੱਡਾ ਦਰਵਾਜ਼ਾ ਦੇਖਿਆ। ਘਰ ਪਰਮਾਨ ਤੇ ਬਡੋ ਕਰਾਇਓ। ਕਹਿੰਦੇ ਘਰ ਦੇ ਅੰਦਾਜ਼ੇ ਨਾਲੋਂ ਬਾਹਰ ਦਾ ਦਰਵਾਜ਼ਾ ਬਹੁਤ ਵੱਡਾ ਤੁਸੀਂ ਰੱਖਿਆ ਹੋਇਆ ਹੈ। ਐਡਾ ਵੱਡਾ ਦਰਵਾਜ਼ਾ ਪਿੰਡ ਵਿੱਚ ਕਿਸੇ ਦਾ ਵੀ ਨਹੀਂ ਹੈ। ਹਿਰਦੈ ਵਿਖੇ ਸੰਸੈ ਉਪਜਾਇਓ। ਇਹ ਸਾਡੇ ਮਨ ਵਿੱਚ ਸੰਸਾ ਹੈ ਕਿ ਨਾ ਤਾਂ ਤੁਹਾਡੇ ਕੋਲ ਕੋਈ ਰੱਥ ਨੇ ਨਾ ਕੋਈ ਵੱਡੇ ਹਾਥੀ ਨੇ ਤੇ ਐਡੇ ਐਡੇ ਵੱਡੇ ਦਰਵਾਜ਼ੇ ਕਿਉਂ ਰਖਵਾਏ ਹੋਏ ਹਨ। ਬੂਜਨ ਕਰਿਓ ਸਭਨ ਨੇ ਐਸੇ। ਇਸ ਤਰ੍ਹਾਂ ਸਾਰਿਆਂ ਨੇ ਜਦੋਂ ਪੁੱਛਿਆ ਹੈ ਪੌਰ ਇਤੋ ਕਰਵਾਇਓ ਕੈਸੇ। ਇਹ ਇਤਨਾ ਵੱਡਾ ਡੇੜੀ ਦਾ ਦਰਵਾਜ਼ਾ ਕਿਉਂ ਰੱਖਿਆ ਹੈ। ਸਰਬ ਸਦਨ ਕੋ ਤਜਿਓ ਪ੍ਰਮਾਨ। ਸਾਰੇ ਘਰ ਦਾ ਸਾਰੇ ਦਰਵਾਜ਼ਿਆਂ ਦਾ ਅੰਦਾਜ਼ਾ ਛੱਡ ਕੇ
ਆਪਣੀ ਮਰਜ਼ੀ ਨਾਲ ਐਡਾ ਵੱਡਾ ਦਰਵਾਜ਼ਾ ਰੱਖਿਆ ਹੈ। ਰਾਖਿਓ ਦੁਆਰਾ ਕੁਤੋ ਮਹਾਨ। ਇਹ ਕਿਉਂ ਐਡਾ ਵੱਡਾ ਮਹਾਨ ਦਰਵਾਜ਼ਾ ਹੈ? ਸੁਨ ਫੱਗੋ ਨੇ ਉੱਤਰ ਦੀਨਾ। ਸੁਣ ਕਰਕੇ ਚਾਚਾ ਫੱਗੂ ਜੀ ਨੇ ਉਹਨਾਂ ਦੇ ਸੰਕੇ ਦਾ ਉੱਤਰ ਦਿੱਤਾ ਹੈ। ਸਦਨ ਚਨਾਵਤ ਮੈਂ ਪ੍ਰਣ ਕੀਨਾ। ਕਹਿੰਦੇ ਜਦੋਂ ਮੈਂ ਘਰ ਚਨਵਾ ਰਿਹਾ ਸੀ ਨਾ, ਬਣਾ ਰਿਹਾ ਸੀ, ਮੈਂ ਪ੍ਰਣ ਕੀਤਾ ਸੀ, ਅਰਦਾਸ ਕੀਤੀ ਸੀ। ਸਤਿਗੁਰ ਆਵਹਿਗੇ ਮਮ ਡੇਰੇ। ਮੇਰੇ ਘਰ ਦੇ ਵਿੱਚ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਉਣਗੇ। ਅੰਤਰਜਾਮੀ ਘਟ ਘਟ ਕੇਰੇ। ਜਿਹੜੇ ਘਟ ਘਟ ਕੇ ਅੰਤਰ ਕੀ ਜਾਣਤ ਜਾਣਨ ਵਾਲੇ ਹਨ। ਤਿਨ ਕੇ ਹਿਤ ਮੈਂ ਕਰਿਓ ਨਿਕੇਤ। ਉਹਨਾਂ ਦੇ ਵਾਸਤੇ ਪ੍ਰੇਮ ਧਾਰ ਕੇ ਮੈਂ ਘਰ ਬਣਾਇਆ ਹੈ। ਪ੍ਰਣ ਪੂਰਹਿ ਪਿਖ ਪ੍ਰੇਮ ਸਮੇਤ। ਪ੍ਰੇਮ ਦੇ ਸਹਿਤ ਆਪਣੇ ਪ੍ਰੇਮੀਆਂ ਦੀਆਂ ਅਰਦਾਸਾਂ ਨੂੰ, ਪ੍ਰਾਣ ਨੂੰ, ਪ੍ਰਤੱਗਿਆ ਨੂੰ ਪੂਰੀ ਕਰਦੇ ਨੇ। ਸ਼ਾਸਤਰਨ ਸਹਿਤ ਅਰੂੜ ਤੁਰੰਗ। ਸੋ ਸ਼ਸਤਰ ਬਸਤਰ ਫੌਜਾਂ ਦੇ ਸਮੇਤ ਘੋੜਿਆਂ ਤੇ ਸਵਾਰ ਹੋ ਕੇ, ਕਿਉਂਕਿ ਮਹਾਰਾਜ ਦੇ ਨਾਲ ਸ਼ਸਤਰਧਾਰੀ ਸੂਰਮੇ ਬਹੁਤ ਨੇ, ਤੇ ਘੋੜਿਆਂ ਤੇ ਸਵਾਰ ਹੋ ਕੇ ਸ਼ਸਤਰਾਂ ਦੇ ਸਮੇਤ ਹੀ ਆਵਹਿਗੇ ਜਬ ਭਏ ਉਤੰਗ। ਜਦੋਂ ਮਹਾਰਾਜ ਉੱਚੇ ਘੋੜਿਆਂ ਦੇ ਉੱਪਰ ਚੜ੍ਹ ਕੇ, ਹਾਥੀਆਂ ਊਠਾਂ ਤੇ ਚੜ੍ਹ ਕੇ ਆਉਣਗੇ ਰਥਾਂ ਤੇ, ਬਹਿਰ ਨਹੀਂ ਪ੍ਰਭ ਉਤਰਨ ਕਰੈ। ਤਾਂ ਮੇਰੇ ਸਤਿਗੁਰੂ ਪ੍ਰੀਤਮ ਬਾਹਰ ਨਹੀਂ ਉਤਰਨਗੇ, ਦਰਵਾਜ਼ੇ ਤੋਂ ਬਾਹਰ ਉਤਰ ਕੇ ਨਹੀਂ ਆਉਣਗੇ। ਮੇਰੇ ਮਨ ਦਾ ਪ੍ਰਾਣ ਹੈ। ਚੜੇ ਤੁਰੰਗਮ ਮਮ ਘਰ ਬੇਰ ਭਰੈ। ਘੋੜਿਆਂ ਤੇ ਚੜੇ ਚੜਾਇਆ ਹੀ ਆਪਣੇ ਸੂਰਮਿਆਂ ਦੇ ਸਮੇਤ ਮਹਾਰਾਜ ਘਰ ਦੇ ਵਿੱਚ ਦਾਖਲ ਹੋ ਜਾਣ। ਉੱਤਰ ਸਿੰਘਾਸਨ ਪਰ ਥਿਰ ਜਾਏ। ਘਰ ਆ ਕੇ ਉਤਰਨ ਤੇ ਉਤਰ ਕੇ ਸਿੱਧੇ ਸਿੰਘਾਸਣ ਤੇ ਜਾ ਕੇ ਬੈਠਣ ਮਹਾਰਾਜ। ਬਹਿਰ ਉਤਰ ਨਹਿ ਪਗ ਸੋ ਆਏ। ਬਾਹਰੋਂ ਉੱਤਰ ਕਰਕੇ ਚਰਨਾਂ ਨਾਲ ਤੁਰ ਕੇ ਨਾ ਆਉਣ ਮਹਾਰਾਜ। ਜਾਂ ਤੇ ਰਚਿਓ ਬਡੋ ਮੈਂ ਭੋਗ ਮੈਂ ਹੀਰੋ। ਫੇਰ ਪੜਿਆ। ਜਾਂ ਤੇ ਰਚਿਓ ਬਡੋ ਮੈਂ ਪੌਂਗ ਮੈਂ ਹੀਰੋ। ਇਹ ਜਿਹੜੇ ਪੌਰ ਦਰਵਾਜ਼ਾ ਹੈ ਨਾ, ਇਸ ਕਰਕੇ ਸਮਝੋ ਮੈਂ ਵੱਡਾ ਰੱਖਿਆ ਹੋਇਆ ਹੈ। ਸਤਿਗੁਰ ਸਿਰ ਮੋਰ ਕਿਰਪਾ ਕਰਹਿਗੇ। ਸਤਿਗੁਰ ਸਿਰ ਲੋ। ਹਾਂਜੀ ਪੜ੍ਹ ਦਿਓ ਫੇਰ। ਸਤਿਗੁਰ ਸਿਰ ਮੋਰ ਕਿਰਪਾ ਕਰਹਿਗੇ। ਜਦੋਂ ਮਹਾਰਾਜ ਕਿਰਪਾ ਕਰਨਗੇ ਸਿਰਮੌਰ ਸਾਰਿਆਂ ਦੇ। ਆਵਹਿ ਘਰ ਮਹਿ ਸਹਿਤ ਪ੍ਰੇਮ ਕੇ ਸਰਦਾ ਉਰਮਹਿ। ਤਾਂ ਘਰ ਦੇ ਵਿੱਚ ਆਉਣਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਪ੍ਰੇਮ ਦੇ ਸਹਿਤ, ਸਰਦਾ ਧਾਰ ਕੇ ਵੇਖ ਕੇ। ਕਹਿਤ ਸੰਤ ਅਰ ਵੇਦ ਪੁਰਾਨ। ਸੰਤ ਸਾਧੂ ਪੁਰਾਣ ਧਰਮ ਦੇ ਗ੍ਰੰਥ ਇਹ ਗੱਲ ਕਹਿੰਦੇ ਹਨ ਇਸ ਵਿਦ ਕੀ ਮਹਿਮਾ ਭਗਵਾਨ। ਕਿ ਜਿਹੜਾ ਭਗਵਾਨ ਵਾਹਿਗੁਰੂ ਹੈ ਨਾ, ਉਹਦੀ ਮਹਿਮਾ ਇਸ ਤਰ੍ਹਾਂ ਦੀ ਹੈ, ਵਡਿਆਈ ਹੈ। ਪੂਰਨ ਕਰਹਿ ਪ੍ਰਤੱਗਿਆ ਦਾਸਨ। ਆਪਣੇ ਸੇਵਕਾਂ ਦੀ ਪ੍ਰਤੱਗਿਆ ਨੂੰ, ਪ੍ਰਾਨ ਨੂੰ ਪੂਰੇ ਕਰਦੇ। ਕੋਈ ਸੇਵਕ ਪ੍ਰੇਮੀ ਜੋ ਵੀ ਪ੍ਰਤੱਗਿਆ ਕਰ ਲੈਂਦਾ ਹੈ ਉਹਨੂੰ ਨਿਭਾਉਂਦੇ ਹਨ। ਸੁਨ ਕਰ ਸੱਸੈ ਕੀਨ ਬਿਨਾਸ਼ਨ। ਸੰਸਿਆਂ ਨੂੰ ਸੁਣ ਕਰਕੇ ਸੰਗਤਾਂ ਨੇ ਨਾਸ ਕੀਤਾ, ਦੂਰ ਕੀਤਾ। ਵਿਦਿਆ ਬੁੱਧ ਅਰ ਦਰਬ ਸਮਾਜ। ਫੇਰ ਭਾਈ ਚਾਚਾ ਫੱਗੂ ਕਹਿ ਰਹੇ ਨੇ ਕਿਸੇ ਕੋਲ ਕਿੰਨੀ ਵਿਦਿਆ ਹੋਵੇ, ਭਾਵੇਂ ਕਿੱਡਾ ਵੱਡਾ ਕੋਈ ਵਿਦਵਾਨ ਚਤੁਰ ਪੰਡਤ ਕਿਉਂ ਨਾ ਹੋਵੇ, ਔਰ ਬੜਾ ਦਰਬ ਧਨ ਦੌਲਤ ਮਾਲ ਸਮਾਜ ਬੜਾ ਵੱਡਾ ਉਹਦੇ ਕੋਲ ਹੋਵੇ। ਐਸ ਬਜ਼ਰਜ ਵੱਡੇ ਸੋ ਦੇਸ ਨਰਾਜ। ਭਾਵੇਂ ਕਿਸੇ ਵੱਡੇ ਦੇਸ਼ ਦਾ ਰਾਜਾ ਕਿਉਂ ਨਾ ਹੋਵੇ, ਭਾਵੇਂ ਕਿੱਡੀ ਵੱਡੀ ਐਸ ਵਰਜ ਵਿਭੂਤੀ ਉਹਦੇ ਕੋਲ ਕਿਉਂ ਨਾ ਹੋਵੇ। ਅਪਰ ਅਨੇਕ ਭਾਂਤ ਵਡਿਆਈ। ਹੋਰ ਵੀ ਅਨੇਕਾਂ ਤਰ੍ਹਾਂ ਦੀ ਦੁਨੀਆ ਦੀ ਵਡਿਆਈ ਭਾਵੇਂ ਕਿੰਨੀ ਉਹਦੇ ਕੋਲ ਹੋਵੇ। ਤਪਨ ਘੋਰ ਤਪਤੇ ਸਮਦਾਈ। ਭਾਵੇਂ ਕੋਈ ਕਿਤਨਾ ਘੋਰ ਤਪ ਕਿਉਂ ਨਾ ਕਰਦਾ ਹੋਵੇ। ਨਹਿ ਦੇਖਤ ਇਨ ਕੋ ਪ੍ਰਭ ਭੂਲ। ਭੁੱਲ ਕੇ ਵੀ ਮਹਾਰਾਜ ਉਹਨਾਂ ਵੱਲ ਦੇਖਦੇ ਨਹੀਂ ਜੇ ਅੰਦਰ ਪ੍ਰੇਮ ਨਾ ਹੋਵੇ। ਰਹਿ ਪ੍ਰੇਮ ਕੇ ਨਿਤ ਅਨਕੂਲ। ਕਿਉਂਕਿ ਮਹਾਰਾਜ ਤਾਂ ਨਿਤਾ ਪ੍ਰਤੀ ਪ੍ਰੇਮ ਦੇ ਅਧੀਨ ਹੋ ਕੇ ਰਹਿੰਦੇ ਨੇ। ਸਵਈਏ ਆਪਾਂ ਪੜ੍ਹਦੇ ਆ ਨਾ ਰੋਜ਼ਾਨਾ ਹੀ। ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾ ਦਿਕ, संत समूह अनेक मती के। सारे ही देश को देख रहे हो,
मत को न देखियत प्राण पति के, श्री भगवान की भाए कृपा होते, एक रति बिन एक रत्ती के। कहते एक प्रीति तो बिना एक रत्ती दे भी नहीं, भावें जति ने, जोगी ने, तपस्वी ने, जे उन्हां अंदर एक वाहिगुरु दी रत्ती प्रीत नहीं तो एक रत्ती जिन्ने भी नहीं, रंचक मात्र भी कुछ भी नहीं परमेश्वर दे वास्ते हो। तो इस करके जिहदा प्रेम महाराज सच्चे पातशाह जी देखते ने, हौं अधीन हाँ प्रेम कै, छड्ड ना हंगा भगती दावे। मैं तो प्रेम भगती दे अधीन हाँ, मैं किसी दे गुणां नूं नहीं तकदा। जिथे प्रेम भगती विच भिजिया होया मैनूं सददा है, बाहर कहते मैं सब कुछ छड्ड के उहदे पास जांदा हाँ। तो ये चाचा फग्गू जी हो गया पूरा नहीं थोड़ा कर दिया। ਦਾਸਨ ਪਾਸ ਦੂਰ ਕਰ ਆਵਹਿ। ਆਪਣੇ ਸੇਵਕਾਂ ਦੇ ਕੋਲ ਦੌੜ ਕੇ ਭੱਜ ਕੇ ਜਿੱਥੇ ਵੀ ਕੋਈ ਬੁਲਾਉਂਦਾ ਪ੍ਰੇਮ ਦੇ ਵਸੀਕਾਰ ਹੋ ਕੇ ਆਉਂਦੇ ਨੇ। ਜਿਮ ਜਨ ਮਨ ਹੋਵੈ ਤਥਾ ਕਰਾਵਹਿ। ਜਿਵੇਂ ਜਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਉਵੇਂ ਹੀ ਮਹਾਰਾਜ ਕਰਦੇ ਨੇ ਤੇ ਕਰਾਉਂਦੇ ਨੇ। ਜੋ ਜਨ ਕਹੈ ਸੋਈ ਪ੍ਰਭ ਮਾਨੈ, ਕੋਈ ਰਾਮ ਨਾਮ ਰੰਗ ਰਾਤੇ, ਤਿਨ ਕੀ ਸੋਭਾ ਸਭਨੀ ਥਾਈ, जिन प्रभ के चरण प्राते। जो जो लेता जो चितवे साध जन, सो लेता मान। जो भी कोई चितवनी करदा प्रभु फिर उहदी चितवनी नूं आप मनदा है, उहदे प्राण नूं आप पूरा करदा है। तो ये चाचा फग्गू जी अपना प्राण जिहड़ा धारिया महाराज जी नूं प्रेम दी खिच नाल चढ़े चढ़ाए घोड़े ते घर विच बुलाउण दा, ਉਹ ਸੰਗਤਾਂ ਨੂੰ ਦੱਸ ਰਹੇ ਨੇ। ਜਿਵੇਂ ਅੱਗੇ ਕਥਾ ਆਵੇਗੀ ਅਗਲੇ ਦੀਵਾਨਾਂ ਵਿੱਚ ਆਪਾਂ ਗੁਰੂ ਕਿਰਪਾ ਨਾਲ ਸੁਣਾਂਗੇ। ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰ ਦੇਣੀ। ਮਹਾਰਾਜ ਸਾਹਿਬ ਦੀ ਹਾਜ਼ਰੀ ਚਰਨਾਂ ਵਿੱਚ ਲਾਉਣ, ਪੜ੍ਹਿਆ ਸੁਣਿਆ ਸਫਲ ਹੋਵੇ। ਨਾਮ ਦਾ ਰੰਗ ਸਾਧ ਦਾ ਸੰਗ, ਨਿਸ਼ਚਾ ਹੋਵੇ ਅਭੰਗ, ਸਤਿਗੁਰੂ ਦਾ ਅੰਗ। ਸਦੀਵੀ ਕਾਲ ਸਾਨੂੰ ਸਭਨਾਂ ਨੂੰ ਪ੍ਰਾਪਤ ਹੁੰਦਾ ਰਹੇ। ਹਉ ਕਿਆ ਸਾ ਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਦਾਸਨ ਪਾਸ ਦੂਰ ਕਰ ਆਵਹਿ, ਜਿਵ ਜਨ ਮਨ ਹੋਇ ਤਥਾ ਕਰਾਵਹਿ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म, अविनाशी अगनास, हे पूरन हे सर्ब मैं, दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जा कै सदा विवेक, हे अपरंपर हर हरे, है पी होवनहार, हे संतह कै सदा संग, हे दारा आधार, हे ठाकुर हौ दास रो, है निर्गुण गुण नहीं कोय, नानक दीजै नाम दान, राखो हिय परोए,
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲੁ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰ ਗੁਰ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।